ਅੱਛਾ, ਸਾਡੇ ਨਾ ਪੰਜਾਬੀਆਂ 'ਚ ਇੱਕ ਕਮੀ ਆ, ਇਹ ਛੇਤੀ ਰਿਐਕਟ ਕਰਦੇ ਆ, ਲੇਕਿਨ ਕੁਝ ਸਵਾਲ ਵਾਜਬ ਵੀ ਹੁੰਦੇ। ਜਦੋਂ ਜ਼ਰੂਰ ਜ਼ਰੂਰ। ਤੁਸੀਂ ਵੱਖ-ਵੱਖ ਮੁਹਿੰਮਾਂ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਹੋ, ਪੰਜਾਬ ਦੇ ਵਿੱਚ ਸੱਤਾ ਕਾਇਮ ਕਰਨ ਦਾ ਵੀ ਮੂਡ ਆ। ਹਾਂ, ਇੱਕ ਗੱਲ ਮੈਂ ਸ਼ੁਰੂਆਤ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਰਾਸ਼ਟਰੀय स्वयं सेवक संघ ਨੇ ਕੋਈ ਸੰਸਥਾ ਨਹੀਂ ਬਣਾਈ ਹੈ ਔਰ ਰਾਜਨੀਤੀ ਦੇ ਵਿੱਚ ਸੰਘ ਨਹੀਂ ਜਾਏਗਾ। ਇਹ 1947 48 ਦੇ ਪ੍ਰਤੀਬੰਧ ਲੱਗਿਆ ਸੀ, ਉਸ ਵੇਲੇ ਸੰਘ ਨੇ ਲਿਖ ਕੇ ਦਿੱਤਾ ਹੋਇਆ ਔਰ ਸੰਘ ਹੋਰ ਕੋਈ ਕੰਮ ਨਹੀਂ ਕਰੇਗਾ, ਬਾਕੀ ਲੋਕ ਕਰਨਗੇ ਜਿਨ੍ਹਾਂ ਨੇ ਜੋ ਕਰਨਾ ਹੈ। ਅੱਜ ਸਮੱਸਿਆ ਸਿਰਫ ਇਹੀ ਹੈ ਰੰਧਾਵਾ ਜੀ ਕਿ ਤੁਹਾਨੂੰ ਮੇਰੀ ਕਮੀਜ਼ ਦਿਖ ਰਹੀ ਹੈ, ਚਸ਼ਮਾ ਦਿਖ ਰਿਹਾ ਹੈ, ਪਰ ਮੇਰਾ ਦਿਲ ਨਹੀਂ ਦਿਖ ਰਿਹਾ, ਮੇਰਾ ਸਰੀਰ ਨਹੀਂ ਦਿਖ ਰਿਹਾ। ਇਹ ਕਾਹਦੇ ਲਈ ਹੈ? ਅਸੀਂ ਇਹ ਜਿਹੜੀ ਚੀਜ਼ਾਂ ਸਾਨੂੰ ਦਿਖ ਰਹੀਆਂ ਨੇ, ਬੀਜੇਪੀ ਦਿਖ ਰਹੀ ਹੈ, ਵਿਸ਼ਵ ਹਿੰਦੂ परिषद ਦਿਖ ਰਿਹਾ ਹੈ, ਵਿਦਿਆਰਥੀ, ਇਹ ਦਿਖ ਰਿਹਾ ਸਾਨੂੰ ਆਰਐਸਐਸ ਨਹੀਂ ਦਿਖ ਰਹੀ ਹੈ, ਜਿਹੜਾ ਦਿਲ ਹੈ। ਅਸੀਂ ਦੇਸ਼ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ, ਕਿਸੇ ਪਾਰਟੀ ਲਈ। ਮੈਂ ਸੰਘ ਦਾ, ਮੈਂ ਤੁਹਾਨੂੰ ਦੱਸਿਆ, ਮੈਂ 24 ਸਾਲ ਤੋਂ ਸੰਘ ਦਾ ਪ੍ਰਚਾਰਕ ਹਾਂ। ਮੈਂ ਅਯੁੱਧਿਆ ਦਾ ਰਹਿਣ ਵਾਲਾ। ਜੇ ਮੈਂ ਰਾਜਨੀਤੀ ਕਰਨੀ ਹੁੰਦੀ ਤਾਂ ਮੈਂ ਉੱਥੇ ਤਿਆਰੀ ਕਰਦਾ, ਲੜਦਾ। ਇੱਥੇ ਪੰਜਾਬ 'ਚ ਕਿਉਂ ਲੜਨਾ ਸੀ? ਔਰ ਇੱਕ ਗੱਲ ਜਾਣਕਾਰੀ ਹੋਰ ਮੈਂ ਦਵਾਂਗਾ ਤੁਹਾਨੂੰ, ਤੁਸੀਂ ਬੜਾ ਅੱਛਾ ਪ੍ਰਸ਼ਨ ਕੀਤਾ। ਆਰਐਸਐਸ ਦਾ ਕੋਈ ਵਿਅਕਤੀ ਜਦੋਂ ਚੁਣਾव ਲੜੇਗਾ ਤਾਂ ਫਿਰ ਉਹ ਆਰਐਸਐਸ ਦੇ ਪ੍ਰਚਾਰਕ ਨਹੀਂ ਰਹੇਗਾ, ਉਹ ਸੰਸਯੋਗ ਰਹੇਗਾ। ਉਹ ਸੰਘ ਦੀ ਦਾਇਿਤਵ ਜ਼ਿੰਮੇਵਾਰੀ ਨਹੀਂ ਰਹੇਗੀ ਉਹਦੇ ਕੋਲ, ਚਲੇ ਜਾਏਗਾ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸ਼੍ਰੀ ਰਾਮ ਗੋਪਾਲ ਜੀ। ਸ਼੍ਰੀ ਰਾਮ ਗੋਪਾਲ ਜੀ ਆਰਐਸਐਸ ਦੇ ਵੱਡੇ ਅਧਿਕਾਰੀ ਨੇ ਔਰ ਪੰਜਾਬ ਹਰਿਆਵਲ ਮੁਹਿੰਮ ਦੇ ਕਨਵੀਨਰ ਨੇ। ਆਰਐਸਐਸ ਦਾ ਜ਼ਿਕਰ ਆਉਂਦਿਆਂ ਮਨ ਮਸਤਕ 'ਚ ਕਈ ਤਰ੍ਹਾਂ ਦੇ ਸ਼ੰਕੇ ਉਤਪੰਨ ਹੋਣ ਲੱਗਦੇ ਆ। ਸਾਡੀਆਂ ਬਣੀਆਂ ਬਣਾਈਆਂ ਪ੍ਰਚਲਿਤ ਧਾਰਨਾਵਾਂ ਇਹ ਨੇ ਕਿ ਆਰਐਸਐਸ ਦੂਜੇ ਧਰਮਾਂ ਨੂੰ ਮਰਜ ਕਰਨਾ ਚਾਹੁੰਦੀ ਹੈ। ਦੂਜੇ ਧਰਮ ਆਰਐਸਐਸ ਦੇ ਨਜ਼ਰੀਏੋਂ ਅਸੁਰੱਖਿਆ ਮਹਿਸੂਸ ਕਰਦੇ ਆ। ਬਹੁਤ ਸਾਰੇ ਸਵਾਲ ਆਰਐਸਐਸ ਵੱਲ ਰਹਿੰਦੇ ਆ ਕਿ ਰਾਸ਼ਟਰਵਾਦ ਦੇ ਨਾਂ ਤੇ ਇੱਕ ਖਾਸ ਵਿਚਾਰਧਾਰਾ ਨੂੰ ਪ੍ਰਮੋਟ ਕਰਦੇ ਆ। ਮੇਰੇ ਅੰਦਰ ਜਗਿਆਸਾ ਸੀ ਆਰਐਸਐਸ ਨੂੰ ਲੈ ਕੇ, ਪੰਜਾਬ ਪ੍ਰਤੀ ਇਹਨਾਂ ਦੇ ਨਜ਼ਰੀਏ ਨੂੰ ਲੈ ਕੇ, ਸਿੱਖਾਂ ਪ੍ਰਤੀ ਇਹਨਾਂ ਦੀ ਪਹੁੰਚ ਨੂੰ ਲੈ ਕੇ। ਸੋ ਅੱਜ ਰਾਮ ਗੋਪਾਲ ਜੀ ਮੇਰੇ ਨਾਲ ਨੇ, ਇਹਨਾਂ ਤੋਂ ਜਾਣਦੇ ਆ ਕਿ ਆਰਐਸਐਸ ਆਖਰ ਹਊਆ ਕਿਉਂ ਆ, ਆਰਐਸਐਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਸ਼ੰਕੇ ਕਿਉਂ ਰਹਿੰਦੇ ਆ, ਆਰਐਸਐਸ ਕਿਵੇਂ ਕੰਮ ਕਰ ਰਹੀ ਆ, ਇਹਦਾ ਏਜੰਡਾ ਕੀ ਆ, ਔਰ ਇਹ ਕਿਵੇਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾ ਰਹੇ ਨੇ। ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਆ। ਆਖਰ ਉਹਦੇ ਆਧਾਰ ਕੀ ਨੇ, ਇਹ ਉਹਦੇ ਵਿੱਚੋਂ ਕੀ ਕੱਢਣਾ ਚਾਹੁੰਦੇ ਨੇ? ਇਹ ਸਾਰੇ ਸਵਾਲਾਂ ਦੇ ਨਾਲ ਤੁਹਾਡੀਆਂ ਔਰ ਮੇਰੀਆਂ ਜਗਿਆਸਾਵਾਂ ਨਾਲ ਨਾਲ ਲੈ ਕੇ ਤੁਰਦੇ ਆ। ਜਿੰਨੇ ਕੁ ਸਵਾਲ ਮੇਰੀ ਤੁਸ਼ ਬੁੱਧੀ ਅਨੁਸਾਰ ਹੋ ਸਕੇ ਮੈਂ ਕਰਦਾ ਹਾਂ, ਲੇਕਿਨ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣੇ ਸਵਾਲ ਜ਼ਰੂਰ ਕਰਿਓ। ਜਿਹੜੇ ਸਵਾਲ ਉਹ ਭਾਸ਼ਾ ਦੀ ਮਰਿਆਦਾ 'ਚ ਰਹਿਣ। ਅਸੀਂ ਵਿਚਾਰ ਵਿਰੋਧ ਦਾ ਜਿਹੜਾ ਸਿਧਾਂਤ ਹੈ ਉਹਦੇ ਤੇ ਚੱਲੀਏ। ਜੇਕਰ ਸਾਨੂੰ ਕਿਸੇ ਦੀ ਵਿਚਾਰਧਾਰਾ ਅੱਛੀ ਨਹੀਂ ਲੱਗਦੀ, ਫਿਰ ਵੀ ਸਾਨੂੰ ਸੰਭਵ ਤਰੀਕੇ ਨਾਲ ਭਾਸ਼ਾ ਦੀ ਮਰਿਆਦਾ ਕਾਇਮ ਰੱਖਦਿਆਂ ਆਪਣੀ ਗੱਲ ਕਹਿਣੀ ਚਾਹੀਦੀ ਹੈ ਔਰ ਅਗਲੇ ਦਾ ਜਵਾਬ ਲੈਣਾ ਚਾਹੀਦਾ। ਸੋ ਇਹ ਸਿਲਸਿਲਾ ਬਣਾਉਂਦੇ ਆ। ਮੈਂ ਸਭ ਤੋਂ ਪਹਿਲਾਂ ਰਾਮ ਗੋਪਾਲ ਜੀ ਤੁਹਾਨੂੰ ਜੀ ਆਇਆਂ ਆਖਦਾ ਹੈ। ਤੁਸੀਂ ਵੱਡੇ ਅਧਿਕਾਰੀ ਹੋ ਆਰਐਸਐਸ ਦੇ, ਪੰਜਾਬ ਦੇ ਵਿੱਚ ਕਨਵੀਨਰ ਹੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਹਰਿਆਵਲ ਮੁਹਿੰਮ ਦੇ। ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਤੁਹਾਨੂੰ ਜੀ ਆਇਆਂ। ਸ਼ੁਕਰੀਆ ਜੀ। ਅੱਛਾ, ਮੈਨੂੰ ਪਹਿਲਾਂ ਇਹ ਦੱਸੋ ਕਿ ਇਹ ਆਰਐਸਐਸ ਦਾ ਜ਼ਿਕਰ ਛਿੜਦਿਆਂ ਕਈ ਧਾਰਨਾਵਾਂ ਇਕੱਠੀਆਂ ਹੋ ਕੇ ਬਰੂਹਾਂ ਮੱਲ ਲੈਂਦੀਆਂ, ਸਾਹਮਣੇ ਬਹਿ ਜਾਂਦੀਆਂ। ਮੇਰੀ ਆਪਣੀ ਨਿੱਜੀ ਜਿਹੜੀ ਜੋ ਮੈਂ ਸੋਚਦਾ ਹੈ ਕਿ ਜਿਸ ਵਿਚਾਰ ਚੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ, ਜਿਸ ਵਿਚਾਰ ਦੇ ਵਿੱਚੋਂ ਬਹੁਤ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀ ਆ ਰਹੇ, ਹੁਣ ਮੈਂ ਨਾਂ ਗਣਾਵਾਂ ਚੰਗਾ ਨਹੀਂ ਲੱਗੂਗਾ, ਔਰ ਮੈਂ ਉਸ ਵਿਚਾਰ ਬਾਰੇ ਜਾਣਨਾ ਚਾਹੁੰਦਾ ਹਾਂ ਕਿ ਇਹ ਵਿਚਾਰ ਹੈ ਕਿ ਆਰਐਸਐਸ ਦੀ ਆਪਣਾ ਸਿਧਾਂਤ, ਆਈਡੀਓਲੋਜੀ ਕੀ ਹੈ? ਬਹੁਤ ਅੱਛਾ ਰੰਧਾਵਾ ਸਾਹਿਬ, ਤੁਸੀਂ ਅੱਜ ਇੱਕ ਬੜੀ ਅੱਛੀ ਪਹਿਲ ਕੀਤੀ ਹੈ ਕਿ ਆਰਐਸਐਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ। ਵਾਸਤਵ ਦੇ ਵਿੱਚ ਇਹ ਜਿਤਨੀਆਂ ਵੀ ਸਮੱਸਿਆਵਾਂ ਦੀ ਚਰਚਾ ਤੁਸੀਂ ਕੀਤੀ ਹੈ, ਉਸ ਦਾ ਕਾਰਨ ਕੋਈ ਹੋਰ ਨਹੀਂ ਹੈ, ਉਹ ਆਰਐਸਐਸ ਦੀ ਜਿਹੜੀ ਕਾਰਜ ਪ੍ਰਣਾਲੀ ਹੈ, ਉਸ ਕਾਰਜ ਪ੍ਰਣਾਲੀ ਦੇ ਕਾਰਨ ਇਸ ਤਰ੍ਹਾਂ ਦੇ ਜਿਹੜੇ ਸਮੱਸਿਆ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਉਂਦੀ ਹੈ। ਕਿਉਂਕਿ ਜਿਹੜਾ ਸੰਘ ਦਾ ਕੰਮ ਹੈ ਉਹ ਹੈ ਵਿਅਕਤੀ ਨਿਰਮਾਣ ਦਾ। ਹੁਣੇ ਤੁਸੀਂ ਪੰਜਾਬੀ ਮਾਤਰ ਭਾਸ਼ਾ ਦੀ ਗੱਲ ਕੀਤੀ ਹੈ ਕਿ ਮਾਤਰ ਭਾਸ਼ਾ ਦੇ ਵਿੱਚ ਪੜ੍ਹਾਈ ਹੋਣੀ ਚਾਹੀਦੀ ਹੈ। ਐਸਾ ਲਗਭਗ 70 ਸਾਲਾਂ ਤੋਂ ਸੰਘ ਦਾ ਕਹਿਣਾ ਹੈ। ਔਰ ਇਸ ਕਰਕੇ ਜਦ ਪੰਜਾਬ ਦੇ ਵਿੱਚ ਹਿੰਦੀ ਅੰਦੋਲਨ ਔਰ
ਪੰਜਾਬੀ ਅੰਦੋਲਨ ਇਹ ਸਾਰਾ ਚੱਲ ਰਿਹਾ ਸੀ ਕਿ ਪੰਜਾਬ ਦੀ ਭਾਸ਼ਾ ਕਿਹੜੀ ਹੋਣੀ ਚਾਹੀਦੀ ਹੈ, ਤਾਂ ਉਸ ਵੇਲੇ ਦੇ ਜਿਹੜੇ ਸੰਘ ਦੇ ਮੋਢੀ ਸੀਗੇ MS ਗੋਲਵਰਕਰ, ਜਿਹੜੇ ਕਿ ਕਾਸ਼ੀ ਵਿਸ਼ਵ ਵਿਦਿਆਲੇ ਦੇ ਵਿੱਚ ਪੜ੍ਹਾਉਂਦੇ ਸੀਗੇ, ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਜੀ ਸਾਰਿਆਂ ਨੂੰ ਕਿਹਾ ਕਿ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਰ ਵਿਅਕਤੀ ਜਿਹੜਾ ਹੈ ਉਹ ਪੰਜਾਬੀ ਹੈ ਔਰ ਉਸਨੂੰ ਆਪਣੀ ਮਾਤਰ ਭਾਸ਼ਾ ਪੰਜਾਬੀ ਲਿਖਾਣੀ ਚਾਹੀਦੀ ਹੈ ਜੀ। ਇਸ ਦੇ ਕਾਰਨ ਉਹਨਾਂ ਦਾ ਕਾਫੀ ਵਿਰੋਧ ਕਈ ਸਾਰੀ ਸੰਸਥਾਵਾਂ ਨੇ ਕੀਤਾ, ਲੇਕਿਨ ਇੱਕ ਉਸ ਵੇਲੇ ਦੇ ਅਜੀਤ ਅਖਬਾਰ ਦੇ ਜਿਹੜੇ ਸੰਪਾਦਕ ਸੀਗੇ ਸਾਧੂ ਸਿੰਘ ਜੀ ਹਮਦਰਦ, ਉਹਨਾਂ ਨੇ ਇਸ ਵਿਸ਼ੇ ਤੇ ਸੰਪਾਦਕੀ ਵੀ ਲਿਖਿਆ ਸੀ, ਔਰ ਜਿਹੜੇ ਵਰਤਮਾਨ ਸੰਪਾਦਕ ਨੇ ਅਜੀਤ ਅਖਬਾਰ ਦੇ, ਉਹ ਸਮੇਂ-ਸਮੇਂ ਤੇ ਇਸ ਵਿਸ਼ੇ ਦੀ ਚਰਚਾ ਕਰਦੇ ਹਨ ਕਿ ਉਸ ਵੇਲੇ ਸ਼੍ਰੀ ਗੁਰੂ ਜੀ ਦਾ ਕਹਿਣਾ ਜੇ ਸਾਰੇ ਲੋਕ ਮੰਨ ਜਾਂਦੇ ਤਾਂ ਸਾਨੂੰ ਵੱਡਾ ਪੰਜਾਬ ਮਿਲਣਾ ਸੀ, ਸ਼ਾਇਦ ਪੰਜਾਬ ਦਾ ਬਟਵਾਰਾ ਨਾ ਹੁੰਦਾ। ਔਰ ਇਹ ਜਿਹੜੀ ਗੱਲ ਹੈ ਕਿ ਮਾਤ ਭਾਸ਼ਾ ਦੀ ਗੱਲ ਨਹੀਂ ਕਰਨੀ, ਸਿਰਫ ਮਾਤ ਭਾਸ਼ਾ ਹੀ ਨਹੀਂ ਬਲਕਿ ਇਹ ਆਪਣੇ ਦੇਸ਼ ਨਾਲ ਪ੍ਰੇਮ ਦੀ ਭਾਵਨਾ ਵੀ ਪੈਦਾ ਕਰਨ ਦਾ ਜਿਹੜਾ ਹੈ ਸੰਘ ਦਾ ਪ੍ਰਯਾਸ ਰਹਿੰਦਾ ਹੈ। ਮੈਂ ਸਿਰਫ ਇੱਕੋ ਗੱਲ ਦੇ ਵਿੱਚ ਪੂਰੀ ਕਰਾਂਗਾ ਕਿ ਜਿਨ੍ਹਾਂ ਨੇ ਸੰਘ ਸ਼ੁਰੂ ਕੀਤਾ, ਡਾਕਟਰ ਹੈਡਗੇਵਾਰ ਜੀ, ਉਹ 1915 ਦੇ ਵਿੱਚ ਕਲਕੱਤਾ ਵਿਸ਼ਵ ਵਿਦਿਆਲੇ ਦੇ ਵਿੱਚੋਂ, ਜਿਸ ਨੂੰ ਅੱਜ MBBS ਕਿਹਾ ਜਾਂਦਾ ਹੈ, ਉਸ ਵੇਲੇ LLMS ਕਿਹਾ ਜਾਂਦਾ ਸੀ, ਉਹਨਾਂ ਨੇ ਪੜ੍ਹਾਈ ਪੂਰੀ ਕੀਤੀ ਸੀ ਔਰ ਕ੍ਰਾਂਤੀਕਾਰੀ ਸੰਗਠਨ ਦੇ ਉਹ ਮੋਢੀ ਸਨ। ਬਾਅਦ ਦੇ ਵਿੱਚ ਉਹ 15 ਦੇ ਵਿੱਚ ਜਦ ਵਾਪਸ ਆਏ ਤਾਂ 1921 ਦੇ ਵਿੱਚ ਅਸਹਿਯੋਗ ਅੰਦੋਲਨ ਹੋਇਆ, ਉਸ ਦੇ ਵਿੱਚ ਉਹ ਜੇਲ੍ਹ ਗਏ ਔਰ 1920 ਦੇ ਵਿੱਚ ਕਾਂਗਰਸ ਦਾ ਜਿਹੜਾ ਅਧਿਵੇਸ਼ਨ ਨਾਗਪੁਰ ਦੇ ਵਿੱਚ ਹੋਇਆ ਸੀ, ਉਸ ਅਧਿਵੇਸ਼ਨ ਦੀ ਸਾਰੀ ਸਾਂਭ ਸੰਭਾਲ ਜਿਹੜੀ ਹੈ ਉਹਨਾਂ ਨੇ ਕੀਤੀ। ਲਗਭਗ 1200 ਵਾਲੰਟੀਅਰ ਉਹਨਾਂ ਨੇ ਖੜੇ ਕੀਤੇ ਸੀ, ਜਿਨ੍ਹਾਂ ਨੂੰ ਸਵੈਂ ਸੇਵਕ ਕਿਹਾ ਜਾਂਦਾ ਹੈ, ਔਰ ਉਹਨਾਂ ਨੇ ਉਸ ਸਾਰੇ ਅਧਿਵੇਸ਼ਨ ਦਾ ਇਤਨਾ ਅੱਛੀ ਵਿਵਸਥਾ ਕੀਤੀ ਕਿ ਮਹਾਤਮਾ ਗਾਂਧੀ ਜੀ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਕਰੋ ਤੁਸੀਂ ਜੀ। ਡਾਕਟਰ ਹੈਡਗੇਵਾਰ ਜੀ ਨੇ ਉਸ ਵੇਲੇ ਉਸ ਮੰਚ ਤੇ ਉਹਨਾਂ ਨੂੰ ਕਿਹਾ ਸੀ ਕਿ ਵੀ ਕਾਂਗਰਸ ਨੂੰ ਹੁਣ ਅੰਗਰੇਜ਼ਾਂ ਤੋਂ ਕੋਈ ਅਧਿਕਾਰ ਮੰਗਣ ਦੀ ਬਜਾਏ ਸਿੱਧੇ ਸੁਤੰਤਰਤਾ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅੰਗਰੇਜ਼ ਕਹਿੰਦੇ ਸੀ ਵੀ ਤੁਸੀਂ ਕੁਝ ਅਧਿਕਾਰ ਲੈ ਲਓ, ਤੁਹਾਨੂੰ ਕੀ ਦਿੱਕਤ ਹੈ, ਔਰ ਅਧਿਕਾਰਾਂ ਦੀ ਉਹ ਮੰਗ ਕਰਦੀ ਸੀ ਕਾਂਗਰਸ। ਲੇਕਿਨ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਔਰ ਜਿਹੜਾ ਪ੍ਰਸਤਾਵ, ਲੇਕਿਨ ਉਸ ਵੇਲੇ ਤੁਹਾਨੂੰ ਸ਼ਾਇਦ ਜਾਣ ਕੇ ਹੈਰਾਨੀ ਹੋਏਗੀ ਕਿ 1904 ਦੇ ਵਿੱਚ ਹੀ ਪੰਜਾਬ ਦੇ ਇੱਕ ਪੰਜਾਬ ਕੇਸਰੀ ਜਿਹਨਾਂ ਨੂੰ ਆਪਾਂ ਕਹਿੰਦੇ ਆ, ਲਾਲਾ ਲਾਜਪਤ ਰਾਏ ਜੀ ਨੇ 1904 ਦੇ ਵਿੱਚ ਹਿੰਦੀ ਦੇ ਵਿੱਚ ਕਾਂਗਰਸ ਅਧਿਵੇਸ਼ਨ 'ਚ ਭਾਸ਼ਣ ਦਿੱਤਾ ਸੀ, ਜਿਸ ਦੇ ਕਾਰਨ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਿਹਾ ਜਾਏ ਬੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਔਰ ਉਸ ਵੇਲੇ ਲਾਲਾ ਜੀ ਨੇ ਕਿਹਾ ਸੀ ਕਿ ਹੁਣ ਅੱਗੇ ਤੋਂ ਮੈਂ ਕਾਂਗਰਸ ਦੇ ਵਿੱਚ ਨਹੀਂ ਆਵਾਂਗਾ। ਆਪਾਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਦੀ ਸਥਾਪਨਾ 1885 ਦੇ ਵਿੱਚ A.O. ਹਿਊਮ ਨੇ ਕੀਤੀ ਸੀ। ਯਾਨੀ ਕੁੱਲ ਮਿਲਾ ਕੇ ਕਾਂਗਰਸ ਅੰਗਰੇਜ਼ਾਂ ਦੇ ਲਈ ਇੱਕ ਤਰ੍ਹਾਂ ਦਾ ਸ਼ੈਲਟਰ ਦਾ ਕੰਮ ਕਰ ਰਹੀ ਸੀ, ਲੇਕਿਨ ਡਾਕਟਰ ਸਾਹਿਬ ਨੂੰ ਲੱਗਦਾ ਸੀ ਕਿ ਵੀ ਕੋਈ ਸੰਸਥਾ ਜੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੱਗੀ ਹੈ ਤਾਂ ਸਾਨੂੰ ਉਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਲੇਕਿਨ ਜਦੋਂ ਉਹਨੂੰ ਲੱਗਿਆ ਵੀ ਐਸਾ ਇਹ ਨਹੀਂ ਕਰਨਗੇ ਤੇ ਫਿਰ ਉਹ ਕਾਂਗਰਸ ਤੋਂ ਬਾਹਰ ਆ ਗਏ। ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ, ਇੰਟਰਨੈਟ ਤੇ ਉਹ ਸਾਰੀ ਜਾਣਕਾਰੀਆਂ ਉਪਲਬਧ ਨੇ ਕਿ ਸੰਘ ਸ਼ੁਰੂ ਕਰਨ ਤੋਂ ਪਹਿਲਾਂ, RSS ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਦੇ ਨਾਲ ਉਹਨਾਂ ਦਾ ਮਿਲਣਾ ਹੋਇਆ ਜੀ। ਔਰ ਜਦ ਸੁਭਾਸ਼ ਚੰਦਰ ਬੋਸ ਦੇ ਨਾਲ ਉਹਨਾਂ ਨੇ ਚਰਚਾ ਕੀਤੀ ਕਿ ਮੈਂ ਐਸਾ ਇੱਕ ਸੰਗਠਨ ਸ਼ੁਰੂ ਕੀਤਾ ਹੋਇਆ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਡਾਕਟਰ ਸਾਹਿਬ ਇਹ ਥੋੜਾ ਔਖਾ ਕੰਮ ਹੈ। ਤਾਂ ਉਹ ਕਹਿੰਦੇ ਜ਼ਰੂਰੀ ਹੈ ਕਿ ਨਹੀਂ ਹੈ? ਉਹ ਕਹਿੰਦੇ ਹਾਂ ਜ਼ਰੂਰੀ ਤਾਂ ਹੈ ਜੀ। ਕਹਿੰਦਾ ਫਿਰ ਮੈਂ ਕਰਾਂਗਾ। ਬਾਬਾ ਸਾਹਿਬ ਅੰਬੇਦਕਰ ਦੇ ਨਾਲ ਵੀ ਉਹਨਾਂ ਨੇ ਚਰਚਾ ਕੀਤੀ ਔਰ ਜਦ ਬਾਬਾ ਸਾਹਿਬ ਅੰਬੇਦਕਰ ਨੇ ਉਹਨਾਂ ਨੂੰ ਕਿਹਾ ਕਿ ਵੀ ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਹ ਬੜਾ ਔਖਾ ਕੰਮ ਹੈ। ਔਖਾ ਕੰਮ ਕੀ ਹੈ? ਡਾਕਟਰ ਸਾਹਿਬ ਦਾ ਕਹਿਣਾ ਸੀ ਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਝ ਕ੍ਰਾਂਤੀਕਾਰੀਆਂ ਦੀ ਜ਼ਰੂਰਤ ਨਹੀਂ ਪਏਗੀ, ਹਰ ਵਿਅਕਤੀ ਨੂੰ ਕ੍ਰਾਂਤੀਕਾਰੀ ਬਣਨਾ ਪਏਗਾ, ਹਰ ਵਿਅਕਤੀ ਨੂੰ ਦੇਸ਼ ਲਈ ਜੀਣਾ ਪਏਗਾ, ਤਾਂ ਹੀ ਆਪਣਾ ਦੇਸ਼ ਆਜ਼ਾਦ ਰਹੇਗਾ। ਨਹੀਂ ਤਾਂ ਅਸੀਂ ਬਾਰ-ਬਾਰ ਕਦੇ ਮੁਗਲਾਂ ਦੇ ਗੁਲਾਮ ਹੋਵਾਂਗੇ, ਕਦੇ ਅੰਗਰੇਜ਼ਾਂ ਦੇ ਗੁਲਾਮ ਹੋਵਾਂਗੇ। ਔਰ ਜੇ ਅਸੀਂ ਇਕੱਠੇ ਨਾ ਰਹੇ ਤਾਂ ਕੋਈ ਵੀ ਸੱਤਾ ਜਦ ਆਏਗੀ ਤਾਂ ਸਾਨੂੰ ਫਿਰ ਗੁਲਾਮ ਬਣਾ ਕੇ ਰੱਖ ਲੇਗੀ। ਇਸ ਕਰਕੇ ਹਰ ਵਿਅਕਤੀ ਦੇ ਅੰਦਰ ਦੇਸ਼ ਭਗਤੀ ਪੈਦਾ ਕਰਨਾ, ਹਰ ਵਿਅਕਤੀ ਨੂੰ ਦੇਸ਼ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਦੇਣਾ। ਇਸ ਕਰਕੇ ਉਹ ਕਹਿੰਦੇ ਸੀ ਵੀ 24 ਘੰਟੇ ਪ੍ਰਮਾਤਮਾ ਨੇ ਦਿੱਤੇ ਨੇ ਤੁਹਾਨੂੰ, ਤੁਸੀਂ 23 ਘੰਟੇ ਆਪਣੇ ਪਰਿਵਾਰ ਲਈ, ਆਪਣੇ ਕੰਮ ਲਈ ਲਗਾਓ, ਲੇਕਿਨ 1 ਘੰਟਾ ਜਿਹੜਾ ਹੈ ਉਹ ਤੁਸੀਂ ਆਪਣੇ ਦੇਸ਼ ਲਈ ਲਗਾਓ। ਉਸ ਵੇਲੇ ਇਕੱਠੇ ਹੋ ਕਰਕੇ ਔਰ ਆਪਣੇ ਗਲੀ ਮੁਹੱਲੇ ਜਿਸ ਕਿਤੇ ਵੀ ਇਕੱਠੇ ਹੋ, ਥੋੜਾ व्यायाम करो, थोड़ी एक्सरसाइज करो और अपने देश ਦੇ ਬਾਰੇ ਸੋਚੋ, ਦੇਸ਼ ਦੇ ਬਾਰੇ ਕੁਝ ਸੋਚੋ, ਵਿਚਾਰ ਕਰੋ, ਮਹਾਪੁਰਸ਼ਾਂ ਨੂੰ ਯਾਦ ਕਰੋ
ਔਰ ਉਹਨਾਂ ਲਈ ਕੁਛ ਨਾ ਕੁਛ ਕੰਮ ਕਰਨ ਦੀ ਕੋਸ਼ਿਸ਼ ਕਰੋ। ਤਾਂ ਇਹ ਕਹਿੰਦੇ ਸੀ ਵੀ ਇਤਨਾ ਇੱਕ ਇੱਕ ਵਿਅਕਤੀ ਨੂੰ ਠੀਕ ਕਰਨਾ ਇਹ ਤਾਂ ਬਹੁਤ ਔਖਾ ਕੰਮ ਹੈ। ਤਾਂ ਉਹ ਉਦਾਹਰਣ ਦਿੰਦੇ ਸੀ, ਬੜੀ ਅੱਛੀ ਉਦਾਹਰਣ ਹੈ, ਮੈਂ ਜ਼ਿਆਦਾ ਲੰਬਾ ਨਾ ਕਰਦੇ ਹੋਏ ਇਸ ਨੂੰ ਪੂਰੀ ਕਰਾਂਗਾ। ਉਹ ਕਹਿੰਦੇ ਸੀ ਕਿ ਮੰਨ ਲਓ ਕਿਸੇ ਖੂਹ ਦਾ ਪਾਣੀ ਖਰਾਬ ਹੋ ਗਿਆ ਹੈ ਔਰ ਆਪਾਂ ਚਾਹੁੰਦੇ ਹਾਂ ਕਿ ਉਹ ਖੂਹ ਦਾ ਪਾਣੀ ਸਾਫ਼ ਹੋ ਜਾਏ ਜੀ, ਤੇ ਇਸ ਕਰਕੇ ਅਸੀਂ ਸੋਨੇ ਦੀ ਪਲਾਸਟਿਕ ਦੀ ਬਾਲਟੀ ਨਾਲ ਪਾਣੀ ਕੱਢੀਏ, ਲੋਹੇ ਦੀ ਬਾਲਟੀ ਨਾਲ ਪਾਣੀ ਕੱਢੀਏ, ਚਾਹੇ ਸੋਨੇ ਦੀ ਬਾਲਟੀ ਨਾਲ ਪਾਣੀ ਕੱਢੀਏ, ਤਾਂ ਪਾਣੀ ਜਿਹੜਾ ਹੈ ਸਾਫ਼ ਨਹੀਂ ਆਏਗਾ, ਗੰਦਾ ਹੀ ਆਏਗਾ। ਲੇਕਿਨ ਜੇ ਅਸੀਂ ਚਾਹੁੰਦੇ ਹਾਂ ਸਾਫ਼ ਪਾਣੀ ਚਾਹੀਦਾ ਹੈ ਤਾਂ ਇੱਕ ਵਾਰੀ ਉਹਦੀ ਸਾਰੀ ਸਫਾਈ ਕਰਨੀ ਪਏਗੀ। ਸਾਰਾ ਮਲਬਾ ਜੇ ਸਾਫ਼ ਹੋ ਜਾਏਗਾ ਤੇ ਆਪਣੇ ਆਪ ਖੂਹ ਦੇ ਵਿੱਚੋਂ ਪਾਣੀ ਠੰਡਾ ਆਏਗਾ, ਸਾਫ਼ ਆਏਗਾ। ਫਿਰ ਕਿਸੇ ਵੀ ਬਾਲਟੀ ਨਾਲ ਪਾਣੀ ਕੱਢਾਂਗੇ ਤੇ ਫਿਰ ਪਾਣੀ ਸਾਫ਼ ਹੋ ਜਾਏਗਾ। ਤਾਂ ਉਹਨਾਂ ਦਾ ਕਹਿਣਾ ਸੀ ਕਿ ਵੀ ਪੂਰੇ ਦੇਸ਼ ਨੂੰ ਇਕੱਠੇ ਹੋ ਕੇ 1 ਘੰਟੇ ਲਈ ਆਪਣੇ ਦੇਸ਼ ਸਮਾਜ ਦੇ ਬਾਰੇ ਵਿਚਾਰ ਕਰਨਾ ਔਰ ਦੇਸ਼ ਦੇ ਲਈ ਜੋ ਕੁਝ ਕਰ ਸਕਦੇ ਆ ਉਸ ਨੂੰ ਆਪਣੇ ਗਲੀ ਮੁਹੱਲੇ ਦੇ ਵਿੱਚ ਕਹਿਣਾ। ਉਹ ਭਗਤ ਸਿੰਘ ਦਾ ਉਦਾਹਰਣ ਦਿਆ ਕਰਦੇ ਸੀ ਕਿ ਇੱਕ ਵਾਰੀ ਘਟਨਾ ਹੁੰਦੀ ਕਿ ਭਗਤ ਸਿੰਘ ਗੀਤ ਗਾਇਆ ਕਰਦੇ ਸੀ, ਮੇਰਾ ਰੰਗ ਦੇ ਬਸੰਤੀ ਚੋਲਾ। ਤਾਂ ਕਿਸੇ ਨੇ ਪੁੱਛਿਆ ਵੀ ਭਗਤਿਆ ਵੀ ਤੂੰ ਇਹ ਗੀਤ ਗਾਉਂਦਾ ਹੈ ਤਾਂ ਇਹਦੇ ਨਾਲ ਇਹਦਾ ਮਤਲਬ ਕਹਿੰਦਾ ਵੀ ਆਪਣੇ ਦੇਸ਼ ਨੂੰ ਅੱਛਾ ਬਣਾਉਣਾ। ਉਹ ਕਹਿੰਦਾ ਚੱਲ ਵੀ ਵੱਡੇ ਵੱਡੇ ਆਏ, ਉਹ ਚੰਗਾ ਨਹੀਂ ਬਣਾ ਸਕੇ ਤੇ ਤੂੰ ਕਿੱਦਾਂ ਬਣਾ ਲਿਆ? ਉਹ ਕਹਿੰਦਾ ਹਾਂ, ਉਹ ਜਿਹੜੇ ਵੱਡੇ ਲੋਕ ਆਏ ਸੀ ਉਹ ਸਵਰਗ ਜਿਹੜਾ ਹੈ ਸਵਰਗ ਤੇ ਜਾ ਕੇ ਚੰਗਾ ਬਣਾਉਣਾ ਚਾਹੁੰਦੇ ਸੀ, ਅਸੀਂ ਸਵਰਗ ਆਪਣੇ ਗਲੀ ਮੁਹੱਲੇ ਨੂੰ ਬਣਾਵਾਂਗੇ। ਤੇ ਇਸ ਕਰਕੇ ਸੰਘ ਦਾ ਜਿਹੜਾ ਸੰਸਥਾਪਕ ਸੀ, ਔਰ ਮੈਂ ਇੱਕ ਹੋਰ ਗੱਲ ਪੂਰੀ ਕਰਾਂਗਾ ਕਹਿ ਕੇ ਕਿ ਜਿਹੜੀ ਸੰਘ ਦੀ ਪਹਿਲੀ ਪ੍ਰਾਰਥਨਾ ਸੀਗੀ ਜੀ, ਉਸ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਨ ਦੀ ਗੱਲ ਕੀਤੀ ਜਾਂਦੀ ਸੀ ਕਿ ਮੈਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸੰਘ ਦਾ ਸਹਿਯੋਗ ਬਣਾਇਆ। ਅੱਛਾ ਰੰਧਾਵਾ ਜੀ, ਇੱਕ ਮਿੰਟ। ਇਸੇ ਕਰਕੇ 1934 ਦੇ ਵਿੱਚ ਜੀ ਕਾਂਗਰਸ ਆਜ਼ਾਦੀ ਦੀ ਮੰਗ ਕਰਦੀ ਸੀ ਕਿ ਕੁਝ ਸਾਨੂੰ ਅਧਿਕਾਰ ਦੇ ਦਿਓ, ਪਰ ਡਾਕਟਰ ਹੈਡਗੇਵਾਰ ਨੇ ਕਿਉਂਕਿ 1925 ਦੇ ਵਿੱਚ ਸੰਘ ਦੀ ਸ਼ੁਰੂਆਤ ਕੀਤੀ ਔਰ ਇਹ ਗੱਲ ਕੀਤੀ ਕਿ ਮੈਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸੰਘ ਦਾ ਸਹਿਯੋਗ ਬਣਿਆ। ਇਸ ਕਰਕੇ ਅੰਗਰੇਜ਼ਾਂ ਦੀ ਤਿੱਖੀ ਨਜ਼ਰ ਇਸ ਸੰਗਠਨ ਤੇ ਪਈ ਔਰ 1934 ਦੇ ਵਿੱਚ ਉਹਨਾਂ ਨੇ ਆਰਐਸਐਸ ਦੇ ਉੱਤੇ ਬੈਨ ਲਗਾ। ਅੱਛਾ, ਕਿ ਵੀ ਇਸ ਦੇ ਵਿੱਚ ਕੋਈ ਸਰਕਾਰੀ ਕਰਮਚਾਰੀ ਨਹੀਂ ਜਾ ਸਕਦਾ, ਕੋਈ ਬੱਚੇ ਨਹੀਂ ਜਾ ਸਕਦੇ, ਫਲਾਣਾ ਨਹੀਂ ਜਾ ਸਕਦਾ, ਇਹ ਨਹੀਂ ਜਾ ਸਕਦਾ। ਔਰ ਮੈਂ ਜ਼ਰੂਰ ਤੁਹਾਨੂੰ ਨਿਵੇਦਨ ਕਰਾਂਗਾ ਕਿ ਇਹ ਦਸਤਾਵੇਜ਼ੀ ਹੈ, ਇਹ ਤੁਸੀਂ ਪੜ੍ਹਨਾ। 1934 ਦੇ ਵਿੱਚ ਉਸ ਵੇਲੇ ਸਾਰਾ ਮਹਾਰਾਸ਼ਟਰ, ਗੁਜਰਾਤ ਔਰ ਮੱਧ ਪ੍ਰਦੇਸ਼ ਕਹਿਲਾਇਆ ਜਾਂਦਾ ਸੀ। ਉਸਦੀ ਵਿਧਾਨ ਸਭਾ ਦੇ ਪ੍ਰਸਤਾਵ ਆਇਆ। ਅੱਛਾ, ਲੇਕਿਨ ਅੰਗਰੇਜ਼ੀ ਪ੍ਰਸਤਾਵ ਲੈ ਕੇ ਆਏ ਸੀ, ਲੇਕਿਨ ਉਸ ਸਭਾ ਦੇ ਵਿੱਚ ਇੱਕ ਮੁਸਲਮਾਨ ਪਾਰਸ਼ਦ, ਜਿਹੜੇ ਵੀ ਲੋਕ ਸੀਗੇ, ਉਹਨਾਂ ਸਾਰਿਆਂ ਨੇ ਮਿਲ ਕੇ ਇਹ ਕਿਹਾ ਕਿ ਨਹੀਂ, ਆਰਐਸਐਸ ਦੇਸ਼ ਹਿੱਤ ਵਿੱਚ ਕੰਮ ਕਰ ਰਿਹਾ, ਆਪਾਂ ਕਿਸੇ ਨੂੰ ਸ਼ਾਖਾ ਜਾਣ ਤੋਂ ਰੋਕ ਨਹੀਂ ਸਕਦੇ। ਇਸ ਕਰਕੇ ਉਹ ਪ੍ਰਸਤਾਵ ਖਤਮ ਹੋ ਗਿਆ। ਤਾਂ ਆਪਾਂ ਕਲਪਨਾ ਕਰੀਏ ਕਿ 1925 ਦੇ ਵਿੱਚ ਉਹਨਾਂ ਨੇ ਸੰਘ ਸ਼ੁਰੂ ਕੀਤਾ ਔਰ 1940 ਦੇ ਵਿੱਚ ਯਾਨੀ 15 ਸਾਲ ਹੀ ਉਹ ਸਿਰਫ ਜੀਵਿਤ ਰਹੇ। ਔਰ ਉਹਨਾਂ ਨੇ ਜਿਸ ਵੇਲੇ ਸੰਘ ਉਹਨਾਂ ਦਾ ਦੇਹਾਂਤ ਹੋਇਆ ਤਾਂ ਨਾਗਪੁਰ ਦੇ ਵਿੱਚ ਇੱਕ ਸ਼ਾਖਾ ਉਹਨਾਂ ਨੇ ਸ਼ੁਰੂ ਕੀਤੀ ਸੀ। ਜਿਸ ਵੇਲੇ ਉਹਨਾਂ ਦਾ ਦੇਹਾਂਤ ਹੋਇਆ ਉਸ ਵੇਲੇ ਪੂਰੇ ਦੇਸ਼ ਭਰ ਦੇ ਵਿੱਚ 1940 ਦੇ ਵਿੱਚ 800 ਥਾਵਾਂ ਤੇ ਸੰਘ ਦੀ ਸ਼ਾਖਾ ਪਹੁੰਚ ਗਈ ਸੀ ਔਰ ਪੂਰੇ ਦੇਸ਼ ਦੇ ਹਰ ਸਟੇਟ ਦੇ ਵਿੱਚ ਇਹ ਸ਼ਾਖਾਵਾਂ ਪਹੁੰਚ ਗਈਆਂ ਸਨ। ਤਾਂ ਐਸੇ ਕ੍ਰਾਂਤੀਕਾਰੀ ਡਾਕਟਰ ਹੈਡਗੇਵਾਰ ਨੇ ਦਾ ਜੀਵਨ ਸੀਗਾ ਔਰ ਉਹਨਾਂ ਨੇ ਦੇਸ਼ ਦੇ ਲਈ ਕੰਮ ਕਰਨ ਵਾਲੇ ਲੋਕਾਂ ਲਈ 1 ਘੰਟੇ ਦੀ ਜਿਹੜੀ ਸ਼ਾਖਾ ਸ਼ੁਰੂ ਕੀਤੀ ਹੈ। ਅੱਜ ਆਪਾਂ ਉਸ ਦਾ ਵਿਸਤਾਰ ਸਾਰੇ ਦੇਸ਼ ਦੁਨੀਆ ਦੇ ਵਿੱਚ ਦੇਖ ਸਕਦੇ ਹਾਂ। ਰਾਮ ਗੋਪਾਲ ਜੀ, 2-3 ਸਵਾਲ ਬੜੇ ਅਹਿਮ ਇਕੱਠੇ ਹੋ ਗਏ ਆ। ਪਹਿਲੀ ਗੱਲ ਤੇ ਇਹ ਹੈ ਕਿ ਮੈਂ ਜੋ ਮੂਲ ਸਮਝ ਸਕਿਆ, ਜਿਹੜਾ ਏਜੰਡਾ ਹੈ ਔਰ ਜਿਹੜਾ ਸਭ ਤੋਂ ਵੱਡਾ ਮਕਸਦ ਹੈ ਤੁਹਾਡਾ, ਉਹ ਹੈ ਰਾਸ਼ਟਰਵਾਦ ਦੀ ਵਕਾਲਤ, ਆਪਣੇ ਦੇਸ਼ ਨਾਲ ਮੁਹੱਬਤ, ਦੇਸ਼ ਲਈ ਯੁੱਧ ਲੜਨਾ। ਇਹ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੁੰਦਾ। ਹੁਣ ਇਹਦੇ ਚ 2 ਸਮਾਨਤਾਵਾਂ ਬੜੀਆਂ ਵੱਡੀਆਂ ਨੇ। ਪੰਜਾਬੀ ਔਰ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਜੰਗ ਬਹੁਤ ਵੱਡੇ ਪੱਧਰ ਤੇ ਲੜੀ ਹੈ ਔਰ ਜਿੰਨੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ, ਉਹਨੂੰ ਕੋਈ ਭੁਲਾ ਨਹੀਂ ਸਕਦਾ। ਲਗਭਗ 80% ਤੋਂ ਜ਼ਿਆਦਾ ਹੈ, ਅੰਕੜੇ ਤਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਨੇ। ਤੇ ਮੈਂ ਇਹ ਬੇਨਤੀ ਕਰਦਾ ਹਾਂ ਤੁਹਾਨੂੰ ਕਿ ਅਕਸਰ ਇਹ ਵਿਵਾਦ ਖੜੇ ਰਹਿੰਦੇ ਆ। ਆਰਐਸਐਸ ਰਾਸ਼ਟਰਵਾਦ ਦੀ ਵਕਾਲਤ ਕਰਦਾ ਹੈ ਔਰ ਮਾੜਾ ਨਹੀਂ, ਆਪਣੇ ਦੇਸ਼ ਨੂੰ ਮੁਹੱਬਤ ਕਰਨੀ ਚਾਹੀਦੀ ਹੈ, ਹਰ ਬਸ਼ਰ ਨੂੰ ਕਰਨੀ ਚਾਹੀਦੀ ਹੈ। ਉਹ ਕਿਸ ਵੀ ਜਾਤੀ, ਧਰਮ, ਫਿਰਕੇ, ਵਿਸ਼ੇਸ਼ ਨਾਲ ਸੰਬੰਧਿਤ, ਸਟੇਟ ਨਾਲ ਸੰਬੰਧਿਤ ਮੈਟਰ ਨਹੀਂ ਕਰਦਾ। ਇਹ ਛੋਟੇ-ਛੋਟੇ ਵਿਵਾਦ ਤੁਸੀਂ ਰਾਸ਼ਟਰਵਾਦ ਦੀ ਧਾਰਨਾ ਦੇ ਨਾਲ ਧਾਰਮਿਕ ਜਿਹੜੀ ਇੱਕ ਆਪਣੇ ਧਰਮ ਚ ਪਰਪੱਕਤਾ ਦੇ ਨਾਲ ਦੂਜੇ ਧਰਮ ਨੂੰ ਮਰਜ ਕਰਨ ਦੀ ਜਿਹੜੀ ਇੱਕ ਦੂਜਿਆਂ ਦੇ ਅੰਦਰ ਸ਼ੰਕਾ ਰਹਿੰਦੀ ਹੈ ਕਿ ਆਰਐਸਐਸ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਇਹ ਸਿੱਖਾਂ ਲਈ ਖਤਰਾ ਹੋ ਸਕਦੀ ਹੈ। ਇਹ ਸਿੱਖ ਆਇਡੈਂਟੀਟੀ ਨੂੰ ਸਵੀਕਾਰ ਨਹੀਂ ਕਰਦੀ, ਮਾਨਤਾ ਨਹੀਂ ਦਿੰਦੀ, ਕਿਉਂਕਿ ਤੁਸੀਂ ਚਿੰਤਨਸ਼ੀਲ ਹੋ, ਵਿਚਾਰਵਾਨ ਹੋ।
ਇਸ ਕਰਕੇ ਮੈਨੂੰ ਲੱਗਦਾ ਕਿ ਸਵਾਲ ਦਾ ਜਵਾਬ ਤੁਹਾਡੇ ਕੋਲ ਉਸ ਵਿਚਾਰ 'ਚ ਹੀ ਆਊਗਾ। ਬੜਾ ਅੱਛਾ ਤੁਸੀਂ ਇਹ ਪ੍ਰਸ਼ਨ ਕੀਤਾ ਹੈ, ਕਿਉਂਕਿ ਇਹ ਪ੍ਰਸ਼ਨ ਬਾਰ-ਬਾਰ ਸਾਰੇ ਕਹਿੰਦੇ ਨੇ। ਜਿਸ ਤਰ੍ਹਾਂ ਮੈਂ ਦੱਸਿਆ ਕਿ ਵੀ ਸੰਘ ਦਾ ਜਿਹੜਾ ਕੰਮ ਹੈ ਉਹ ਰਾਸ਼ਟਰੀयता ਦਾ, ਰਾਸ਼ਟਰਵਾਦ ਦੀ ਬਜਾਏ, ਜਿਹੜਾ ਤੁਸੀਂ ਰਾਸ਼ਟਰਵਾਦ ਦੀ ਗੱਲ ਕਰਦੇ ਪਏ ਹੋ, ਅਸੀਂ ਉਸਨੂੰ ਰਾਸ਼ਟਰੀय ਕਹਿੰਦੇ ਆ। ਠੀਕ ਹੈ। ਇਸੇ ਕਰਕੇ ਜਦ ਪੰਜਾਬ ਦੇ ਪੰਜਾਬੀ ਦੀ ਗੱਲ ਆਈ ਤਾਂ ਪਰਮ ਪੂਜਨੀय ਸਾਡੇ ਜਿਹੜੇ ਸਰਸੰਘਚਾਰ ਸੀਗੇ, ਉਹਨਾਂ ਨੇ ਕਿਹਾ ਕਿ ਭਾਰਤੀ ਭਾਸ਼ਾ ਹੈ ਜੀ ਉਹ ਕਿਤੋਂ ਬਾਹਰੋਂ ਨਹੀਂ ਆਈ ਹੈ। ਜੀ ਕਿਸੇ ਵੀ ਭਾਸ਼ਾ ਨੂੰ ਤੁਸੀਂ ਇਸ ਨੂੰ ਘੋਸ਼ਿਤ ਕਰ ਦਿਓ ਕਿ ਵੀ ਇਹ ਸਾਡੇ ਦੇਸ਼ ਦੀ ਭਾਸ਼ਾ ਹੈ, ਕਿਉਂਕਿ ਸਾਰੀ ਭਾਸ਼ਾਵਾਂ ਸਾਡੇ ਦੇਸ਼ ਦੀਆਂ ਭਾਸ਼ਾਵਾਂ ਨੇ। ਜੀ ਦੂਸਰਾ ਜਿਹੜਾ ਸਾਡਾ ਰਾਸ਼ਟਰੀय ਦਾ ਸਾਡਾ ਦ੍ਰਿਸ਼ਟੀਕੋਣ ਹੈ ਜੀ ਇਹ ਹੈ ਕਿ ਜਿਹੜਾ ਇਸ ਧਰਤੀ ਨੂੰ ਆਪਣੀ ਮਾਂ ਮੰਨਦਾ ਹੈ, ਇੱਥੇ ਦੇ ਜਿਹੜੇ ਮਹਾਪੁਰਸ਼ ਹੈ ਜੀ ਉਹਨਾਂ ਨੂੰ ਆਪਣੇ ਪੁਰਖੇ ਮੰਨਦਾ ਹੈ, ਔਰ ਇੱਥੇ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਆਪਣਾ ਮੰਨਦਾ ਹੈ, ਉਹ ਰਾਸ਼ਟਰੀय ਹੈ। ਠੀਕ ਹੈ। ਇਸੇ ਕਰਕੇ ਉਸ ਦਿਨ ਮੋਦੀ ਜੀ ਨੇ ਜਦ ਉੱਥੇ ਗੱਲ ਕੀਤੀ ਅਯੋਧਿਆ ਦੇ ਵਿੱਚ ਕਿ ਰਾਮ ਜਿਹੜੇ ਨੇ ਉਹ ਕਿਸੇ ਅਲੱਗ-ਅਲੱਗ ਉਹਨਾਂ ਨੇ ਚਰਚਾ ਕੀਤੀ ਕਿ ਕਿਹੜੇ-ਕਿਹੜੇ ਦੇਸ਼ ਦੇ ਵਿੱਚ ਲੋਕ ਰਾਮ ਨੂੰ ਮੰਨਦੇ ਆ। ਉਹ ਕਹਿੰਦੇ ਨੇ ਠੀਕ ਹੈ ਸਾਡੀ ਪੂਜਾ ਪੱਧਤੀ ਬਦਲ ਗਈ ਇੰਡੋਨੇਸ਼ੀਆ ਦੇ ਵਿੱਚ, ਪਰ ਅਜੇ ਵੀ ਸਾਡੇ ਪੁਰਖੇ ਰਾਮ ਹੀ ਹੈ। ਜਿਹੜਾ ਡੀਐਨਏ ਹੋਇਆ ਸੀ 40 ਸਾਲ ਪਹਿਲਾਂ, ਜਿਹੜਾ ਡੀਐਨਏ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਇਹ ਜਿਸ ਨੂੰ ਹਿਮਾਲय ਦੇ ਜਿਹੜਾ ਦક્ષਿਣ ਦੇ ਵਿੱਚ ਔਰ ਸਮੁੰਦਰ ਦੇ ਉੱਤਰ ਦੇ ਵਿੱਚ ਜਿਹੜਾ ਦੇਸ਼ ਹੈ ਜਿਸ ਦਾ ਪਰਮਾਤਮਾ ਦਾ ਨਿਰਮਿਤ ਦੇਸ਼ ਹੈ, ਇੱਥੇ ਦੇ ਸਾਰਿਆਂ ਦਾ ਡੀਐਨਏ ਇੱਕੋ ਹੀ ਹੈ। ਹਾਂ, ਕੁਝ ਲੋਕ ਨੇ ਜਿਹੜੇ ਭਗਵਾਨ ਨੂੰ ਮੰਨਦੇ ਆ, ਕੁਝ ਲੋਕ ਨਹੀਂ ਵੀ ਮੰਨਦੇ। ਇਹਦਾ ਮਤਲਬ ਜਿਹੜਾ ਨਹੀਂ ਮੰਨਦਾ ਉਸ ਨੂੰ ਇੱਥੇ ਰਹਿਣ ਦਾ ਅਧਿਕਾਰ ਹੈ, ਐਸਾ ਨਹੀਂ ਹੈ। ਇੱਕ ਪਰਿਵਾਰ ਦੇ ਵਿੱਚ ਲੋਕ ਨੇ, ਕੋਈ ਰਾਮ ਜੀ ਦੀ ਪੂਜਾ ਕਰਦਾ, ਕੋਈ ਸ਼ਿਵ ਜੀ ਦੀ ਪੂਜਾ ਕਰਦਾ। ਪੂਜਾ ਦੇ ਉੱਤੇ ਜਾਂ ਜਿਹੜੀ ਪੂਜਾ ਪੱਧਤੀ ਦੇ ਕਾਰਨ ਸੰਘ ਇਸ ਚੱਕਰ 'ਚ ਨਹੀਂ ਪਿਆ, ਨਾ ਉਸਨੇ ਕਿਸੇ ਪੂਜਾ ਪੱਧਤੀ ਦੀ ਗੱਲ ਕੀਤੀ ਹੈ। ਇਸ ਕਰਕੇ ਜਿਹੜੇ ਲੋਕ ਐਸਾ ਆਰੋਪ ਲਗਾਉਂਦੇ ਨੇ ਉਹ ਬਿਲਕੁਲ ਝੂਠਾ ਆਰੋਪ ਹੈ। ਸੰਘ, ਮੈਂ ਉਹੀ ਗੱਲ ਕੀਤੀ, ਤਿੰਨੇ ਗੱਲਾਂ ਕਿ ਸਿਰਫ ਇਸ ਧਰਤੀ ਨੂੰ ਇੱਕ ਜ਼ਮੀਨ ਦਾ ਟੁਕੜਾ ਨਹੀਂ ਮੰਨਦੇ, ਅਸੀਂ ਕਹਿੰਦੇ ਹਾਂ ਸਾਡੀ ਮਾਤਰ ਭੂਮੀ ਹੈ, ਇਹ ਸਾਡੀ ਕਰਮ ਭੂਮੀ ਹੈ। ਲੰਕਾ ਜਿੱਤ ਕੇ ਰਾਮ ਜੀ ਅਯੋਧਿਆ ਆ ਗਏ, ਉਹਨੇ ਕਿਹਾ ਵੀ ਇਹ ਸਾਡੀ ਮਾਤਰ ਭੂਮੀ ਹੈ। ਜਿਹੜਾ ਵੀ ਵਿਅਕਤੀ ਇਸ ਦੇਸ਼ ਨੂੰ ਮੰਨਦਾ ਹੈ ਇਹ ਸਾਡੀ ਧਰਤੀ ਹੈ, ਉਹ ਸਾਡੇ ਲਈ ਰਾਸ਼ਟਰੀय ਹੈ। ਇਹ ਸਾਡੀ ਰਾਸ਼ਟਰੀयता ਦੀ ਜਿਹੜੀ ਇਹ ਪਰਿਭਾਸ਼ਾ ਹੈ। ਇਸ ਕਰਕੇ ਇਹਦੇ ਵਿੱਚ ਕਿਸੇ ਨੂੰ ਖਤਮ ਕਰਨ ਦੀ, ਕਿਸੇ ਨੂੰ ਉਹ ਕਰਨ ਦੀ ਕੋਈ ਨਹੀਂ। ਮੈਂ ਤੁਹਾਨੂੰ ਜਿਹੜੀ ਮੇਰੀ ਬੇਨਤੀ ਸੀ ਉਹ ਬੜੀ ਸਪਸ਼ਟ ਸੀ ਰਾਮ ਗੋਪਾਲ ਜੀ। ਕਾਰਨ ਇਹ ਹੈ ਕਿ ਤੁਸੀਂ ਸਟੱਡੀ ਕਰਦੇ ਹੋ, ਤੁਹਾਡਾ ਇੱਕ ਥਾਟ ਪ੍ਰੋਸੈਸ ਹੈ, ਤੁਹਾਡੇ ਵਿਚਾਰਵਾਨ ਨੇ, ਤੁਹਾਡੇ ਵਿਦਵਾਨ ਲੋਕ ਨੇ ਜਿਹੜੇ ਲਗਾਤਾਰ ਇਸ ਦੇਸ਼ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ, ਲੱਗੇ ਹੋਏ ਆ। ਚੰਗਾ ਲੱਗਦਾ ਹੈ। ਹਰੇਕ ਧਰਮ, ਹਰੇਕ ਜਿਹੜਾ ਵਰਗ ਵਿਸ਼ੇਸ਼ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਚਿੰਤਨਸ਼ੀਲ ਵਿਅਕਤੀ ਹੋਣੇ ਚਾਹੀਦੇ ਆ। ਸਾਨੂੰ ਵੀ ਸਿੱਖਣਾ ਬਣਦਾ ਹੈ, ਤੁਹਾਡੀ ਸਭ ਤੋਂ ਚੰਗੀਆਂ ਗੱਲਾਂ ਨੂੰ ਸਿੱਖ ਲੈਣਾ ਚਾਹੀਦਾ ਹੈ। ਬਤੌਰ ਸਿੱਖ ਮੈਂ ਕਹਿ ਰਿਹਾ, ਉਹ ਸਾਡੀ ਪਰਪੱਕਤਾ ਤੇ ਕਮਿਟਮੈਂਟ ਹੋਣੀ ਚਾਹੀਦੀ ਹੈ। ਲੇਕਿਨ ਜਿਹੜਾ ਵੱਡਾ ਸਵਾਲ ਹੈ ਕਿ ਤੁਸੀਂ ਦੇਸ਼ ਦੀ ਆਜ਼ਾਦੀ ਲਈ ਲੜਨ ਲਈ ਸਭ ਤੋਂ ਮੂਹਰੇ ਹੋਏ, ਜਿਵੇਂ ਤੁਸੀਂ ਦੱਸਿਆ, ਇਹ ਸੰਗਠਨ ਬਣਿਆ ਆਜ਼ਾਦੀ ਲਈ, ਨਾ ਕਿ ਅਧਿਕਾਰਾਂ ਲਈ। ਉਸੇ ਸਮੇਂ ਸਿੱਖ ਸਮਾਜ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਜਾਨ ਦੀ ਆਹੂਤੀ ਦੇ ਦਿੰਦੇ ਆ। ਉਹ ਕਿਸੇ ਹੋਰ ਕਾਜ ਲਈ ਤਾਂ ਦੇ ਨਹੀਂ ਰਹੇ, ਉਹ ਇਸ ਦੇਸ਼ ਦੇ ਸਭ ਤੋਂ ਪਰਮ ਮਨੁੱਖ ਸੀਗੇ ਜਿਹੜੇ ਇਹਨੂੰ ਪਿਆਰ ਹੀ ਨਹੀਂ ਕਰਦੇ, ਇਹਦੇ ਲਈ ਮਰਨ ਮਿਟਣ ਦਾ ਜਜ਼ਬਾ ਵੀ ਰੱਖਦੇ ਸੀ। ਸੋ ਸਵਾਲ ਇਹ ਆ ਕਿ ਉਸ ਤੋਂ ਬਾਅਦ ਤੁਹਾਡੇ ਲਈ ਸਭ ਤੋਂ ਬਿਹਤਰੀਨ ਕੌਮ ਤਾਂ ਇਹ ਸਿੱਖ ਹੋਣੇ ਚਾਹੀਦੇ ਸੀਗੇ, ਜਿਹੜੇ ਤੁਹਾਡੀ ਮੁਹੱਬਤ ਨਾਲੋਂ ਵੀ ਜ਼ਿਆਦਾ ਮੁਹੱਬਤ ਕਰ ਰਹੇ। ਸੋ ਜਿਹੜਾ ਇਹ ਵਖਰੇਵਾਂ ਆ ਗਿਆ, ਇਹ ਕਿੱਥੋਂ ਆ ਗਿਆ? ਅੱਜ ਵੀ ਜ਼ਿਆਦਾਤਰ ਲੋਕ ਜਿਹੜੇ ਇੱਕ ਦੂਜੇ ਨਾਲ ਸ਼ਿਕਵੇ 'ਚ ਰਹਿੰਦੇ ਆ, ਸ਼ੰਕਿਆਂ 'ਚ ਰਹਿੰਦੇ ਆ ਕਿ ਯਾਰ ਇਹ ਵੱਡੀ ਧਿਰ ਛੋਟੀ ਧਿਰ ਨੂੰ ਖਾ ਨਾ ਜਾਵੇ। ਸੋ ਮੈਂ ਇੱਕ ਬਹੁਤ ਵਿਚਾਰਵਾਨ ਤੋਂ ਵਿਚਾਰ ਲੈਣਾ ਚਾਹੁੰਦਾ ਕਿ ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ, ਕਿਸ ਤਰ੍ਹਾਂ ਦੀ ਸੋਚ ਹੈ। ਤੁਸੀਂ ਇਸ ਬੇਗਾਨਗੀ ਨੂੰ, ਇਸ ਦੂਰੀ ਨੂੰ ਦੂਰ ਕਰਨ ਲਈ ਕੁਝ ਕਰ ਕਿਉਂ ਨਹੀਂ ਲੈਂਦੇ? ਜਿਹੜੇ ਮੁੱਦੇ ਡਿਸਪਿਊਟਡ ਨੇ, ਜਿੱਥੇ ਤੁਹਾਡੇ ਆਪਸੀ ਵਖਰੇਵੇਂ ਨੇ, ਉਹਨਾਂ ਨੂੰ ਕਿਤੇ ਸਿਰ ਜੋੜ ਕੇ ਬਹਿ ਕੇ ਦੂਰ ਕਿਉਂ ਨਹੀਂ ਕਰ ਲੈਂਦੇ? ਜਿਹੜੇ ਤੁਹਾਡੇ ਤੋਂ ਛੋਟੇ ਤੁਹਾਡੇ ਭਰਾ, ਮੈਂ ਇਸ ਨਜ਼ਰੀਏ ਤੋਂ ਕਹਿੰਦਾ ਗਿਣਤੀ ਦੇ ਲਿਹਾਜ਼ ਨਾਲ ਸਿੱਖ ਘੱਟ ਗਿਣਤੀ 'ਚ ਆ, ਤੁਸੀਂ ਉਹਨਾਂ ਦੀਆਂ ਸ਼ੰਕਾਵਾਂ ਦੂਰ ਕਿਉਂ ਨਹੀਂ ਕਰ ਲੈਂਦੇ? ਜਿਹੜੇ ਵੀ ਨੁਮਾਇੰਦੇ ਹੈਗੇ ਆ, ਕਦੇ ਇੰਜ ਦਾ ਵਿਚਾਰ ਵੀ ਆਉਂਦਾ ਜੀ? ਨਹੀਂ, ਮੈਂ ਕਿਹਾ ਜੀ ਕੋਈ ਐਸਾ ਮੁੱਦੇ ਦੀ, ਜਿਵੇਂ ਤੁਸੀਂ ਆਪਾਂ 2-3 ਵਾਰੀ ਤੁਸੀਂ ਪ੍ਰਸ਼ਨ ਕੀਤਾ, ਮੈਂ ਇੱਕ ਮੁੱਦੇ ਦੀ ਗੱਲ ਕਰਦਾ। ਤੁਸੀਂ ਕੋਈ ਇੱਕ ਮੁੱਦਾ ਦੱਸੋ ਵੀ ਜਿਸ ਵਿਸ਼ੇ ਤੇ ਸੰਘ ਦਾ ਕੋਈ ਸਿੱਖ ਸਮਾਜ ਨਾਲ
ਜਿਹੜਾ ਆਪਾਂ ਕਹਿੰਦੇ ਮਤਭੇਦ ਹੈ, ਤੁਸੀਂ ਕੋਈ ਵੀ ਇੱਕ ਵਿਸ਼ੇ ਲਿਓ ਤੁਸੀਂ ਮੈਂ ਸਿੰਪਲ ਦੱਸ ਬਿਲਕੁਲ ਬੜਾ ਅੱਛਾ ਲੱਗੇਗਾ ਮੈਨੂੰ। ਹਾਂ, ਸਭ ਤੋਂ ਵੱਡਾ ਮਸਲਾ ਇਹ ਪੈਦਾ ਹੋ ਜਾਂਦਾ ਅਕਸਰ ਹੀ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ, ਇਹ ਹਿੰਦੂ ਧਰਮ ਦਾ ਹਿੱਸਾ ਹੈ, ਉਹਦੇ ਤੇ ਸਭ ਤੋਂ ਵੱਡਾ ਸਿੱਖਾਂ ਨੂੰ ਇਤਰਾਜ਼ ਹੁੰਦਾ ਹੈ ਕਿ ਸਾਡੀ ਆਇਡੈਂਟੀਟੀ ਵੱਖਰੀ ਹੈ, ਪਛਾਣ ਵੱਖਰੀ ਹੈ। ਸੋ ਇਹ ਇੱਕ ਮਸਲਾ ਐਸਾ ਸੈਂਸਿਟਿਵ ਹੈ ਜਿਹਨੂੰ ਤੁਸੀਂ ਸੁਲਝਾ ਸਕਦੇ ਹੋ ਔਰ ਦੋ ਧਿਰੀ ਗੱਲਬਾਤ ਹੋ ਸਕਦੀ ਆ। ਇਹਨੂੰ ਭਰਮ ਚ ਕਿਉਂ ਪਿਆ ਰਹਿਣ ਦਿੱਤਾ ਜਾਂਦਾ ਸਦਾ? ਬਿਲਕੁਲ, ਮੈਂ ਇਸ ਨੂੰ ਸਪਸ਼ਟ ਕਰ ਦਿੰਦਾ। ਸਨ 2000 ਦੇ ਵਿੱਚ ਤ੍ਰਿਲੋਚਨ ਸਿੰਘ ਜੀ ਜਿਹੜੇ ਸੀ ਉਹ ਅਲਪਸੰਖਿਅਕ ਆਯੋਗ ਦੇ ਚੇਅਰਮੈਨ ਸੀਗੇ। ਉਸ ਵੇਲੇ ਇਹ ਮੁੱਦਾ ਉੱਠਿਆ, ਸੰਘ ਦੇ ਮਾਗੋ ਵੈਦ ਜਿਹੜੇ ਇਸ ਵੇਲੇ ਸਾਡੇ ਮਨਮੋਹਨ ਵੈਦ ਜੀ ਨੇ, ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਨੇ ਲਿਖਿਤ ਅਲਪਸੰਖਿਅਕ ਆਯੋਗ ਨੂੰ ਦਿੱਤਾ ਹੋਇਆ ਕਿ ਸੰਘ ਸਿੱਖ ਧਰਮ ਨੂੰ ਇੱਕ ਅਲੱਗ ਪਹਿਚਾਨ ਮੰਨਦਾ ਹੈ, ਅਲੱਗ ਧਰਮ ਮੰਨਦਾ ਹੈ ਔਰ ਉਸ ਦਾ ਸਨਮਾਨ ਕਰਦਾ ਹੈ। 2000 ਦੇ ਵਿੱਚ ਇਹ ਲਿਖ ਕੇ ਅਲਪਸੰਖਿਅਕ ਆਯੋਗ ਦੇ ਵਿੱਚ ਦਿੱਤਾ ਗਿਆ ਹੈ। ਮੈਂ ਤੁਹਾਨੂੰ ਨਿਵੇਦਨ ਕਰਾਂਗਾ, ਤੁਸੀਂ ਜ਼ਰੂਰ ਤਰਲੋਚਨ ਸਿੰਘ ਨਾਲ ਇਹ ਪ੍ਰਸ਼ਨ ਕਰੋ, ਇਹ ਸੰਘ ਨੇ ਦਿੱਤਾ ਹੈ ਕਿ ਨਹੀਂ। ਵਿਸ਼ਾ ਤਾਂ ਖਤਮ ਹੋ ਗਿਆ ਹੈ। ਬਿਲਕੁਲ ਬਿਲਕੁਲ, ਬਿਹਤਰੀਨ। ਦੇਖੋ ਤੁਹਾਡੀ ਜਾਣਕਾਰੀ ਕਾਫੀ ਵਸੀਹ ਹੈ। ਮੈਂ ਤਾਂ ਹੀ, ਕਿਉਂਕਿ ਦੇਖੋ ਮੈਂ ਦੋਸਤੋ ਦੱਸਦੇ ਹਾਂ ਕਿ ਰਾਮ ਗੋਪਾਲ ਜੀ ਅਯੋਧਿਆ ਚ ਪੈਦਾ ਹੁੰਦੇ ਆ ਔਰ ਅਯੋਧਿਆ ਚ ਪੈਦਾ ਹੋਣ ਤੋਂ ਬਾਅਦ ਲਗਭਗ 1986 ਤੋਂ ਪੰਜਾਬ ਦੀ ਸਰਜ਼ਮੀਨ ਤੇ ਨੇ ਇੱਥੇ ਸਰਵ ਕਰ ਰਹੇ ਆ। ਮੈਨੂੰ ਖੁਸ਼ੀ ਹੈ ਕਿ ਇਹ ਪੰਜਾਬੀ ਬੜੀ ਬਿਹਤਰ ਬੋਲਦੇ ਆ। ਮੈਨੂੰ ਦੂਜੀ ਖੁਸ਼ੀ ਹੈ ਕਿ ਇਹਨਾਂ ਕੋਲ ਜਾਣਕਾਰੀ ਕਾਫੀ ਹੈ। ਸਰਦਾਰ ਤਰਲੋਚਨ ਸਿੰਘ ਨੇ ਮੈਨੂੰ 2 ਤੋਂ ਵੱਧ ਵਾਰੀ ਇਸੇ ਮੰਚ ਤੋਂ ਦੱਸਿਆ ਹੈ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ ਮੈਂ ਆਰਐਸਐਸ ਤੋਂ ਲਿਖਵਾ ਕੇ ਲਿਆ ਸੀਗਾ ਔਰ ਉਹਨਾਂ ਨੇ ਮੰਨਿਆ। ਫਿਰ ਇਹ ਵਿਵਾਦ ਬਾਰ-ਬਾਰ ਕਿਉਂ ਆਉਂਦੇ ਆ, ਇਹ ਮੈਨੂੰ ਸਮਝ ਨਹੀਂ ਆਈ। ਤੁਸੀਂ ਅੱਜ ਕਲੀਅਰ ਕਰਤਾ ਹੈ, ਲੇਕਿਨ ਬਿਲਕੁਲ ਤੁਸੀਂ ਇੱਥੇ ਕੁਝ ਕਹਿਣਾ ਚਾਹੁੰਦੇ ਹੋ ਦੁਬਾਰਾ ਅੱਗੇ? ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਸਿੱਖ ਸਮਾਜ ਦਾ ਵਿਅਕਤੀ ਸਾਰੇ ਦੇਸ਼ ਦੇ ਵਿੱਚ ਸੰਘ ਦੇ ਦਫ਼ਤਰ ਦੇ ਵਿੱਚ ਜਾਏ ਜੀ ਔਰ ਉੱਥੇ ਉਸ ਨੂੰ 2 ਚਿੱਤਰ ਜ਼ਰੂਰ ਮਿਲਣਗੇ, ਗੁਰੂ ਤੇਗ ਬਹਾਦਰ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਜੀ। ਰੋਜ਼ ਸੰਘ ਦੇ ਵਿੱਚ ਅਸੀਂ ਸਵੇਰੇ ਏਕਾਤਮਾ ਸਤੋਤਰ ਬੋਲਦੇ ਹਾਂ, ਇੱਕ ਮੰਤਰ ਬੋਲਦੇ ਹਾਂ, ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੱਲ ਹੁੰਦੀ ਹੈ, ਅੰਮ੍ਰਿਤਸਰ ਸਾਹਿਬ ਦੀ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਹੈ। ਇਹ ਸਾਡੀ ਸ਼ਰਧਾ ਜਿਹੜੀ ਹੈ ਉਹ ਇਸੇ ਕਰਕੇ ਹੈ ਕਿਉਂਕਿ ਇਹ ਸਾਡਾ ਹੀ ਹੈ, ਸਾਡਾ ਦੇਸ਼ ਹੈ, ਇਹ ਸਾਡੇ, ਇਹਨਾਂ ਨੇ ਸਭ ਕੁਝ ਕੀਤਾ। ਹਿੰਦੀ ਚਾਦਰ ਕਿਉਂ ਕਿਹਾ ਗਿਆ ਗੁਰੂ ਤੇਗ ਬਹਾਦਰ ਜੀ ਨੂੰ? ਜੋ ਹਿੰਦੀ ਚਾਦਰ ਹਰ ਸਿੱਖ ਇਹ ਕਹਿੰਦਾ ਹਿੰਦੀ ਚਾਦਰ ਹੈ, ਤਾਂ ਉਹ ਫਿਰ ਮੇਰੇ ਚਾਦਰ ਨਹੀਂ ਹੈ। ਮੇਰੇ ਮਾਤਾ ਪਿਤਾ ਦੀ ਰੱਖਿਆ ਉਹਨਾਂ ਨੇ ਨਹੀਂ ਕੀਤੀ ਸੀ ਕਿਆ? ਅੱਜ ਪੰਜਾਬ ਦੇ ਵਿੱਚ ਹਰ ਆਉਣ ਵਾਲਾ ਜਿਹੜਾ ਵੀ ਕੋਈ ਬਾਹਰੋਂ ਵਿਅਕਤੀ ਆਂਦਾ ਹੈ, ਸੰਸਯੋਗ ਆਂਦਾ ਹੈ, ਉਹ ਸਰਹੰਦ ਦੇ ਵਿੱਚ ਜ਼ਰੂਰ ਜਾਂਦਾ ਹੈ, ਉਸੇ ਕੰਧ ਦੇ ਨੂੰ ਦੇਖ ਕੇ ਉਹ ਰੋਂਦਾ ਹੈ। ਕਿਉਂਕਿ ਅਸੀਂ ਬਚਪਨ ਤੋਂ ਸਾਰੇ ਦੇਸ਼ ਭਰ ਦੇ ਵਿੱਚ ਸ਼ਾਖਾਵਾਂ ਦੇ ਵਿੱਚ ਸਿੱਖ ਸਮਾਜ ਦੇ ਬਾਰੇ, ਸਿੱਖ ਫਿਲਾਸਫੀ ਬਾਰੇ ਅਸੀਂ ਚਰਚਾ ਕਰਦੇ ਹਾਂ। ਸਾਡੇ ਮਨ ਦੇ ਵਿੱਚ ਸ਼ਰਧਾ ਹੈ ਜੀ। ਅਸੀਂ ਕਿਸੇ ਨੂੰ ਦਿਖਾਉਣ ਲਈ ਨਹੀਂ ਕਰ ਰਹੇ ਹਾਂ ਕਿ ਕਿਸੇ ਨੂੰ ਦਿਖਾਉਣ ਲਈ ਕਰ ਰਹੇ ਹਾਂ। ਅੱਛਾ, ਮੈਨੂੰ ਇਹ ਜ਼ਰੂਰ ਦੱਸਿਓ ਕਿ ਅੱਜ ਦੇ ਦਿਨ ਦੇ ਵਿੱਚ, ਤੁਸੀਂ ਮੈਨੂੰ ਪਹਿਲੀ ਸ਼ੁਰੂਆਤ ਦੀ ਗੱਲ ਤੇ ਦੱਸਦੀ ਹੈ ਕਿ ਡਾਕਟਰ ਹਿਡਗੇਵਾਰ ਜੀ ਉਹਨਾਂ ਨੇ ਜਿਹੜਾ ਇਹ ਗੱਲ ਸਾਰੀ ਕੀਤੀ ਹੈ, ਅੱਜ ਦੇ ਦਿਨ 'ਚ ਸੰਘ ਕੀ ਉਦੇਸ਼ ਲੈ ਕੇ ਚੱਲ ਰਿਹਾ, ਸੰਘ ਦਾ ਏਜੰਡਾ ਕੀ ਹੈ? ਸਰਕਾਰ ਤੁਸੀਂ ਬਣਾ ਲਈ, ਦੂਜੀ ਵਾਰ ਵੀ ਬਣਾ ਲਈ, ਲਗਭਗ ਬਹੁ ਗਿਣਤੀ ਸਟੇਟ ਜਿਹੜੇ ਉਹਨਾਂ ਦੇ ਉੱਤੇ ਤੁਹਾਡੇ ਵਿਚਾਰ ਦਾ ਕਬਜ਼ਾ ਹੈ ਔਰ ਇਹ 'ਚ ਕੋਈ ਦੋ ਰਾਵਾਂ ਵੀ ਨਹੀਂ ਕਿ ਕਮਿਟਡ ਲੋਕ ਹੈ, ਨੱਕ ਦੀ ਸਿੱਧ ਨੂੰ ਚੱਲ ਰਹੇ ਆ। ਤੁਸੀਂ ਪਿੱਛੋਂ ਬਿਲਕੁਲ ਥਾਟ ਪ੍ਰੋਸੈਸ ਦੇ ਨਾਲ ਚੱਲਦੇ ਹੋ, ਬਹੁਤ ਸਿੱਧੀ ਦਖਲਅੰਦਾਜ਼ੀ ਨਹੀਂ ਕਰਦੇ, ਲੇਕਿਨ ਤੁਹਾਡੇ ਬਿਨਾ ਪੱਤਾ ਨਹੀਂ ਹਿਲਦਾ ਆਰਐਸਐਸ ਬਿਨਾ। ਪੰਜਾਬ ਲਈ ਕੀ ਏਜੰਡਾ ਹੈ? ਅਦਰਵਾਈਜ਼ ਪੂਰੇ ਦੇਸ਼ ਲਈ ਕੀ ਏਜੰਡਾ ਹੈ ਤੇ ਪੰਜਾਬ ਲਈ ਕੀ ਏਜੰਡਾ ਹੈ? ਤੇ ਪੰਜਾਬ ਏਜੰਡੇ ਤੇ ਹੈਗਾ ਵੀ ਹੈ ਕਿ ਨਹੀਂ ਕਿ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਕੇ ਇਹ ਕੋਈ ਇਹਨੂੰ ਕੋਈ ਪੈਕੇਜ ਵਗੈਰਾ ਦਿਵਾਉਣ ਦੀ ਗੱਲ ਵੀ ਕਦੇ ਹੋਈ ਕਿ ਆਰਥਿਕ ਤੌਰ ਤੇ ਮਰ ਗਿਆ? ਖੜਕੂਵਾਦ, ਅੱਤਵਾਦ ਦਾ ਦੌਰ ਸੀਗਾ ਜਿਹੜਾ ਉਹ ਟੈਰਰਿਜ਼ਮ ਸੀਗਾ, ਉਹਦੇ ਵਿੱਚ ਬਹੁਤ ਸਾਰੇ ਨੁਕਸਾਨ ਹੋ ਗਏ, ਇਹਦੀ ਆਰਥਿਕਤਾ ਡੁੱਬ ਗਈ। ਸੋ ਇਹ ਅਸੀਂ ਦੇਸ਼ ਦੀ ਇੱਕ ਹੋਰ ਲੜਾਈ ਵੀ ਲੜੀ ਹੈ ਜੇ ਆਮ ਤੌਰ ਤੇ ਕਹੀਏ। ਸੋ ਇਹ ਮਸਲਿਆਂ ਦੇ ਉੱਤੇ ਕਾਂਗਰਸ ਨੇ ਤੇ ਕਦੇ ਬਾਹ ਨਹੀਂ ਫੜੀ ਔਰ ਅੱਜ ਜੇਕਰ ਤੁਸੀਂ ਸੱਤਾ ਦੇ ਵਿੱਚ ਹੋ, ਇਸ ਸਟੇਟ ਲਈ ਕਦੇ ਕੋਈ ਖਿਆਲ ਆਉਂਦਾ? ਰੰਧਾਵਾ ਜੀ, ਤੁਹਾਡਾ ਪ੍ਰਸ਼ਨ ਥੋੜਾ ਲੰਬਾ ਹੈ ਤੇ ਮੇਰਾ ਜਵਾਬ ਵੀ ਥੋੜਾ ਲੰਬਾ ਹੋਏਗਾ। ਜ਼ਰੂਰ। ਠੀਕ ਹੈ ਨਾ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸੰਘ ਸ਼ੁਰੂ ਹੋਇਆ ਹੈ ਉਹ ਜਿਸ ਵਿਚਾਰ ਨੂੰ ਲੈ ਕੇ ਸ਼ੁਰੂ ਹੋਇਆ ਹੈ, ਉਸ ਵਿਚਾਰ ਦਾ ਇਹ ਪੰਜਵਾਂ, ਜਿਹਨੂੰ ਕਹਿੰਦੇ ਪੰਜਵੀਂ ਪੀੜ੍ਹੀ ਸਾਡੀ ਚੱਲ ਰਹੀ ਹੈ। ਇਹਦੇ ਚਰਨ ਜਿਹੜੇ ਨੇ ਆਪਾਂ ਅਸਤਰ ਕਹਿ ਸਕਦੇ ਹਾਂ। ਤੁਸੀਂ ਕਿਹਾ ਸੰਘ ਦਾ ਏਜੰਡਾ ਕੀ ਹੈ, ਉਹ ਮੈਂ ਦੱਸ ਰਿਹਾ।
ਜਦੋਂ 1925 ਤੋਂ ਸੰਘ ਸ਼ੁਰੂ ਹੋਇਆ ਔਰ 1940 ਤੱਕ 40 ਸਾਲ ਤੱਕ ਦਾ ਜਿਹੜਾ 15 ਸਾਲ ਦਾ ਜਿਹੜਾ ਏਜੰਡਾ ਸੀ ਉਹ ਸੀਗਾ ਕਿ ਸਾਰੇ ਦੇਸ਼ ਭਰ ਦੇ ਵਿੱਚ ਜੀ ਇੱਕ ਜਗ੍ਹਾ ਤੇ ਘੱਟੋ ਘੱਟ ਐਸੇ ਰਾਸ਼ਟਰੀ ਵਿਚਾਰਾਂ ਦੇ ਬਾਰੇ ਸੋਚਣ ਸਮਝਣ ਵਾਲੇ ਲੋਕ ਤਿਆਰ ਹੋਣ। ਔਰ ਇਹ ਕੰਮ ਜਿਹੜਾ ਹੈ ਇਹ 1940 ਤੱਕ ਪੂਰਾ ਹੋਇਆ। ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ 1940 ਤੋਂ ਲੈ ਕੇ 1973 ਤੱਕ। ਇਹ ਜਿਹੜੇ ਆਪਾਂ 33 ਸਾਲ ਕਹਿ ਸਕਦੇ ਹਾਂ, ਇਹ 33 ਸਾਲ ਸੰਘ ਦੇ ਵਿੱਚ ਜਿਹੜੇ ਸਵੈਂ ਸੇਵਕ ਆਏ, ਜਿਹੜੇ ਕਾਰਜਕਰਤਾ ਆਏ, ਉਹਨਾਂ ਨੇ ਸਮਾਜ ਜੀਵਨ ਦੀ ਰਚਨਾ ਨੂੰ ਬਦਲਣ ਦੇ ਲਈ ਕੰਮ ਕੀਤਾ ਕਿ ਸਮਾਜ ਨੂੰ ਜੇ ਅੱਛਾ ਬਣਾਉਣਾ ਹੈ ਤਾਂ ਸਮਾਜ ਦੀ ਜਿਹੜੀ ਵਿਵਸਥਾ ਖੜੀ ਹੈ ਉਸ ਵਿਵਸਥਾ ਦੇ ਵਿੱਚ ਜਾ ਕੇ ਉਸ ਨੂੰ ਠੀਕ ਕਰਨਾ। ਕਿਉਂਕਿ ਜਦੋਂ ਤੁਸੀਂ ਕਦੇ ਸੰਘ ਦੇ ਆਪਣੇ ਕਿਸੇ ਸਥਾਨ ਤੇ ਜਾਓਗੇ ਤਾਂ ਉੱਥੇ ਕਿਸੇ ਵਿਅਕਤੀ ਦੀ ਜੈ ਨਹੀਂ ਹੁੰਦੀ ਹੈ, ਕਿਸੇ ਪਾਰਟੀ ਦੀ ਜੈ ਨਹੀਂ ਹੁੰਦੀ, ਉੱਥੇ ਹੁੰਦੀ ਭਾਰਤ ਮਾਤਾ ਦੀ ਜੈ। ਅੱਛਾ, ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ। ਹਾਂ, ਇਹ ਮੈਨੂੰ ਚੰਗਾ ਲੱਗ ਰਿਹਾ ਸੁਣ ਕੇ ਜੀ। ਤੁਸੀਂ ਵਿਅਕਤੀਵਾਦ ਤੋਂ ਅੱਗੇ ਨਿਕਲ ਆਏ, ਤੁਹਾਡਾ ਮਤਲਬ। ਤੇ ਉਹ ਜਿਹੜਾ ਭਾਰਤ ਮਾਤਾ ਦੀ ਜੈ ਜਿਹੜੀ ਹੈ ਉਹ ਅਸੀਂ ਬੋਲਦੇ ਹਾਂ ਤਾਂ ਉਸਦੇ ਪਿੱਛੇ ਜਿਹੜਾ ਭਾਰਤ ਮਾਤਾ ਦੀ ਜੀ ਕਦੋਂ ਹੋਏਗੀ? ਜਦੋਂ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੋਏਗਾ, ਵੈਭਵਸ਼ਾਲੀ ਦੇਸ਼ ਹੋਏਗਾ, ਆਰਥਿਕ ਸਥਿਤੀ ਅੱਛੀ ਹੋਏਗੀ, ਇੱਥੇ ਅਨੁਸ਼ਾਸਨ ਹੋਏਗਾ, ਇਹ ਸਾਰੀ ਚੀਜ਼ਾਂ ਹੋਣਗੀਆਂ ਤਾਂ ਦੇਸ਼ ਅੱਛਾ ਬਣੇਗਾ। ਇਹ ਕਰੇਗਾ ਕੌਣ? ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਪੜਾਅ ਆਇਆ ਹੈ ਜਿਹਦੀ ਚਰਚਾ ਮੈਂ ਜ਼ਰੂਰ ਕਰਾਂਗਾ ਕਿ 1947 ਦੇ ਵਿੱਚ ਦੇਸ਼ ਦਾ ਵਿਭਾਜਨ ਹੋਇਆ। ਰੰਧਾਵਾ ਜੀ, ਮੈਂ ਆਪਣੀ ਕਈ ਵਾਰੀ ਗੱਲਾਂ 'ਚ ਕਹਿਣਾ ਇਹ ਦੇਸ਼ ਦਾ ਵਿਭਾਜਨ ਨਹੀਂ ਸੀ, ਇਹ ਪੰਜਾਬ ਔਰ ਬੰਗਾਲ ਦਾ ਵਿਭਾਜਨ ਸੀ। ਬਿਲਕੁਲ ਠੀਕ ਹੈ। ਔਰ ਇਸ ਦਾ ਜਿਹੜਾ ਨੁਕਸਾਨ ਹੈ ਪੰਜਾਬ ਔਰ ਬੰਗਾਲ ਨੂੰ ਅੱਜ ਤੱਕ ਭੋਗਣਾ ਜਿਹੜਾ ਹੈ ਉਹ ਪੈ ਰਿਹਾ। ਬਿਲਕੁਲ। ਜਿਹੜੇ 10 ਲੱਖ ਦੇ ਕਰੀਬ ਲੋਕ ਮਾਰੇ ਗਏ ਉਹ ਜਾਂ ਤਾਂ ਪੰਜਾਬੀ ਸੀ ਜਾਂ ਬੰਗਾਲੀ ਸੀਗੇ। ਔਰ ਮੈਂ ਇੱਕ ਗੱਲ ਬੜੇ ਦਾਅਵੇ ਦੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਔਰ ਇੱਕ ਨਿਵੇਦਨ ਵੀ ਕਰਾਂਗਾ ਕਿ 1947 ਜਦ ਦੇਸ਼ ਦਾ ਬਟਵਾਰਾ ਹੋਇਆ ਉਸ ਵੇਲੇ ਸੰਘ ਨੇ ਕਿੰਨਾ ਬੜਾ ਕੰਮ ਕੀਤਾ, ਉਸ ਦੀ ਚਰਚਾ ਤੁਸੀਂ ਕੋਈ ਵੀ ਵਿਅਕਤੀ ਜਿਹੜਾ ਪਰਿਵਾਰ ਮਿਲੇਗਾ ਤੁਹਾਨੂੰ ਉਸ ਜ਼ਮਾਨੇ ਦਾ ਜਿਹੜਾ ਪਰਿਵਾਰ ਇੱਥੇ ਆਇਆ ਹੋਏਗਾ ਉਹ ਤੁਹਾਨੂੰ ਦੱਸੇਗਾ ਕਿ ਲੱਖਾਂ ਲੋਕਾਂ ਨੂੰ ਸੰਘ ਦੇ ਸਵੈਂ ਸੇਵਕਾਂ ਨੇ ਬਚਾਇਆ, ਕਰੋੜਾਂ ਲੋਕਾਂ ਨੂੰ ਉੱਥੋਂ ਬਚਾ ਕੇ ਲੈ ਕੇ ਆਏ। ਇੱਕ ਪੁਸਤਕ ਹੈ, ਮੈਂ ਜ਼ਰੂਰ ਤੁਹਾਨੂੰ ਕਹਾਂਗਾ, ਜੋਤੀ ਜਲਾ ਨਿਜ ਪ੍ਰਾਣ ਕੀ ਇੱਕ ਪੁਸਤਕ ਹੈ। ਉਸ ਪੁਸਤਕ ਦੇ ਵਿੱਚ ਇੱਕ ਸ਼ਹਿਰ ਦਾ ਡਾਟਾ ਦਿੱਤਾ ਹੋਇਆ ਕਿ ਕਿਸ ਤਰ੍ਹਾਂ ਸੰਘ ਦੇ ਸਵੈਂ ਸੇਵਕਾਂ ਨੇ ਉਹਨਾਂ ਨੂੰ ਬਚਾਇਆ। ਇੱਕ ਗੱਲ ਹੋਰ ਮੈਂ ਰੰਧਾਵਾ ਜੀ ਤੁਹਾਨੂੰ ਕਹਾਂਗਾ ਕਿ ਉਸ ਵੇਲੇ ਸਭ ਤੋਂ ਜ਼ਿਆਦਾ ਸੰਘ ਦਾ ਕੰਮ ਪੰਜਾਬ ਦੇ ਵਿੱਚ ਸੀਗਾ 47 ਦੇ ਵੇਲੇ। ਕਿਤੇ ਮੈਂ ਤੁਹਾਨੂੰ ਦੱਸਿਆ ਸੀ ਵੀ 800 ਸ਼ਾਖਾਵਾਂ ਸੀਗੀਆਂ, ਜਦਕਿ 1947 ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਹੀ 1200 ਤੋਂ ਵੱਧ ਸ਼ਾਖਾਵਾਂ ਸੀਗੀਆਂ। ਅੱਛਾ, 2 ਉਦਾਹਰਣ ਮੈਂ ਤੁਹਾਨੂੰ ਦਵਾਂਗਾ, ਤੁਸੀਂ ਅੱਜ ਵੀ ਉਹ ਪ੍ਰਮਾਣ ਹੈ। ਕਰਾਚੀ ਦੀ ਆਬਾਦੀ ਉਸ ਵੇਲੇ 3 ਲੱਖ ਸੀਗੀ ਜੀ। ਉੱਥੇ ਸੰਘ ਦੇ ਜਿਹੜੇ ਦੂਜੇ ਮੁਖੀ ਸੀ MS ਗੋਲਵਰਕਰ, ਜਿਨ੍ਹਾਂ ਦੀ ਮੈਂ ਗੱਲ ਕੀਤੀ, ਜਿਨ੍ਹਾਂ ਨੇ ਪੰਜਾਬੀ ਦੀ ਗੱਲ ਕੀਤੀ ਸੀ, ਜਦ ਦੇਸ਼ ਦਾ ਵਿਭਾਜਨ ਹੋ ਰਿਹਾ ਸੀ, ਲੋਕ ਦੌੜ ਰਹੇ ਸੀ ਤਾਂ ਗੁਰੂ ਜੀ ਪੰਜਾਬ 'ਚ ਪ੍ਰਵਾਸ ਕਰ ਰਹੇ ਸੀ, ਉਹ ਟੂਰ ਕਰ ਰਹੇ ਸੀ, ਦੌਰੇ ਕਰ ਰਹੇ ਸੀ, ਲੋਕਾਂ ਨੂੰ ਸੰਭਾਲ ਰਹੇ ਸੀ। ਤਾਂ ਉਹਨਾਂ ਦਾ ਕਰਾਚੀ ਦੇ ਵਿੱਚ ਪ੍ਰਵਾਸ ਹੋਇਆ। 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਦੇ ਵਿੱਚ 1.5 ਲੱਖ ਲੋਕ ਇਕੱਠੇ ਹੋਏ ਸੀ ਉਸ ਸਭਾ ਦੇ ਵਿੱਚ। ਔਰ ਜਿਨ੍ਹਾਂ ਨੇ ਉਹ ਸਭਾ ਦੇਖੀ ਸੀ, ਅੱਜ ਵੀ 2 ਲੋਕ ਜੀਵਿਤ ਨੇ। ਇੱਕ ਤੁਹਾਡੇ ਸ਼ਹਿਰ ਦੇ ਨੇੜੇ ਬਟਾਲਾ ਦੇ ਵਿੱਚ ਸਰਦਾਰ ਬ੍ਰਿਜ ਭੂਸ਼ਣ ਸਿੰਘ ਬੇਦੀ ਨੇ, ਉਹ ਸਾਡੇ ਪ੍ਰਾਂਤ ਦੇ ਸਾਡੇ ਸੰਘ ਚਾਲਕ ਨੇ, ਅਧਿਕਸ਼ ਨੇ, ਉਹ ਵੀ ਉੱਥੇ ਸੀਗੇ। ਔਰ ਲਾਲਕੀ ਸਾਡਵਾਣੀ, ਇਹ ਵੀ ਉਸ ਵੇਲੇ ਉੱਥੇ ਸੀ ਜੀ। ਇਤਨਾ ਬੜਾ ਸੰਘ ਦਾ ਕੰਮ ਸੀ, ਇਸੇ ਕਰਕੇ ਸਿੰਧ ਦੇ ਵਿੱਚ ਜ਼ਿਆਦਾ ਮਾਰਕਾਟ ਨਹੀਂ ਹੋਈ। ਉੱਥੋਂ ਜਿਹੜੇ ਲੋਕ ਸੀ ਠੀਕ ਤਰ੍ਹਾਂ ਬਚਾਅ ਕਰਕੇ ਆ ਗਏ। ਜਿੱਥੇ ਸੰਘ ਦਾ ਕੰਮ ਨਹੀਂ ਸੀ ਉੱਥੇ ਹੀ ਜ਼ਿਆਦਾ ਮਾਰਕਾਟ ਹੋਈ ਹੈ। ਤਾਂ ਸੰਘ ਦਾ ਇੱਕ ਬਹੁਤ ਬੜਾ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਸਵੈਂ ਸੇਵਕਾਂ ਨੇ ਕੀਤਾ, ਲੋਕਾਂ ਨੂੰ ਬਚਾ ਕੇ ਲੈ ਕੇ ਆਏ ਔਰ ਇਹਦੀ ਰਾਖੀ ਕੀਤੀ। ਇਸ ਕਰਕੇ ਇਹ ਬਹੁਤ ਬੜਾ ਚੈਪਟਰ ਹੈ। ਔਰ ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਉਹਨਾਂ ਨੇ ਦੇਖਿਆ ਵੀ ਸੰਘ ਦੇ ਸਵੈਂ ਸੇਵਕਾਂ ਨੇ ਇਤਨਾ ਬੜਾ ਕੰਮ ਕੀਤਾ, ਇਤਨਾ ਬਚਾਅ ਕੀਤਾ, ਤਾਂ ਕਿਤੇ ਇਹ ਕੱਲ ਨੂੰ ਸੱਤਾ 'ਚ ਨਾ ਆ ਜਾਣ। ਇਸੇ ਕਰਕੇ 1948 ਦੇ ਵਿੱਚ ਹੀ RSS ਦੇ ਵਿੱਚ ਫਿਰ ਬੈਨ ਲਗਾ ਦਿੱਤਾ ਗਿਆ। ਕਾਰਨ ਬਤਾਇਆ ਗਿਆ ਗਾਂਧੀ ਜੀ ਦੀ ਹੱਤਿਆ। ਰੰਧਾਵਾ ਜੀ, 3 ਕਮਿਸ਼ਨ ਬੈਠੇ, ਕੋਰਟ ਬੈਠੀ ਔਰ ਇਹਨਾਂ ਸਾਰਿਆਂ ਨੇ ਇੱਕੋ ਮਤ ਦੇ ਨਿਰਣੈ ਦੇ ਦਿੱਤਾ ਕਿ ਇਸ ਦੇ ਵਿੱਚ ਸੰਘ ਦਾ ਕੋਈ ਹੱਥ ਨਹੀਂ ਸੀ ਜੀ। ਉਹ ਝੂਠਾ ਆਰੋਪ ਲਗਾ ਕੇ ਸੰਘ ਤੇ ਆਰੋਪ ਲਗਾਇਆ ਗਿਆ ਔਰ ਕਿੰਨਾ ਨੁਕਸਾਨ ਹੋਇਆ। ਜਿਹੜਾ 1925 ਤੇ ਸੰਘ ਸ਼ੁਰੂ ਹੋਇਆ ਸੀ 1947 ਦੇ ਵਿੱਚ, 47 ਤੱਕ ਇਹ ਸਾਰਾ ਖਤਮ ਕਰ ਦਿੱਤਾ ਗਿਆ। ਆਪਾਂ ਕਲਪਨਾ ਕਰ ਰਹੀਏ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹ ਸ਼ਬਦ ਕਹੇ। ਰਾਜੀਵ ਗਾਂਧੀ ਨੇ ਇੱਕ ਸ਼ਬਦ ਕਿਹਾ ਸੀ ਕਿ ਜਬ ਪੇੜ ਹਿਲਤਾ ਹੈ
धरती हिलती है तो पेड़ हिलता है तो क्या होता है, जब बड़ा उसका पेड़ परिणाम कुछ। जब बड़ा पेड़ गिरता है तो धरती हिलती है, ਤੇ ਫਿਰ हाँ, ਹਜ਼ਾਰਾਂ ਸਿੱਖ ਮਾਰੇ ठीक ਗਏ। है, ठीक है। ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ 1 ਇੰਚ ਜ਼ਮੀਨ ਦੇ ਉੱਤੇ ਭਗਵਾ ਧਵਜ ਨਹੀਂ ਲੱਗਣ ਦਵਾਂਗਾ, ਯਾਨੀ ਮੈਂ ਇੱਕ ਸ਼ਾਖਾ ਲੱਗਣ ਨਹੀਂ ਦੇਣੀ ਹੈ। ਆਪਾਂ ਕਲਪਨਾ ਕਰ ਸਕਦੇ ਹਾਂ, ਇਹ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ ਹੈ। 1 ਇੰਚ ਜਗ੍ਹਾ ਤੇ ਮੈਂ ਭਗਵਾ ਲਹਿਰਾਣ ਨਹੀਂ ਦਵਾਂਗਾ, ਯਾਨੀ ਸ਼ਾਖਾ ਲੱਗਣ ਨਹੀਂ ਦਵਾਂਗਾ। ਅੱਛਾ। ਕਿੰਨਾ ਅਤਿਆਚਾਰ ਹੋਇਆ ਹੈ ਇਹ ਅਸੀਂ ਕਦੇ ਰਿਕਾਰਡ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਸੰਘ ਖਤਮ ਕਰਤਾ ਉਹਨਾਂ ਨੇ। ਅੱਛਾ। ਲੋਕਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ, ਜਿੰਦਾ ਜਲਾ ਦਿੱਤੇ, ਲੋਕਾਂ ਦੇ ਘਰ ਜਲਾ ਦਿੱਤੇ। ਤਾਂ ਐਸਾ ਅਤਿਆਚਾਰ 1925 ਤੋਂ ਜਿਹੜਾ ਕੰਮ ਸ਼ੁਰੂ ਹੋਇਆ ਸੀ, ਉਹ 47 ਦੇ ਵਾਸਤੇ ਹੋਣਾ ਕੀ ਚਾਹੀਦਾ ਸੀ ਕਿ ਐਸੇ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਸੀ। ਲੇਕਿਨ ਇਤਨਾ ਨੁਕਸਾਨ ਹੋਇਆ ਕਿ ਇੱਕ ਤਰ੍ਹਾਂ ਦਾ ਸੰਘ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਇਸ ਤੋਂ ਬਾਅਦ ਵੀ ਮੈਂ ਕਹਿ ਰਿਹਾ ਸੀ ਕਿ 40 ਤੋਂ ਬਾਅਦ ਸਾਡਾ ਦੂਸਰਾ ਚਰਨ ਹੋਇਆ। ਇੱਕ ਤਾਂ ਇਹ 47 ਵਾਲਾ ਹੋਇਆ, ਉਸ ਤੋਂ ਬਾਅਦ ਸੰਘ ਨੇ ਜਿਹੜੇ ਵਿਵਿਧ ਖੇਤਰ ਵਿੱਚ ਮਜ਼ਦੂਰ ਸੰਗਠਨ ਹੈ, ਤਾਂ ਮਜ਼ਦੂਰਾਂ ਦੇ ਅੰਦਰ ਵੀ ਦੇਸ਼ ਭਗਤੀ ਆਣੀ ਚਾਹੀਦੀ ਹੈ। ਮਜ਼ਦੂਰ ਸਿਰਫ ਇੱਕ कर्मचारी नहीं है, एक लेबर नहीं है, वो एक देश का नागरिक भी है। उसकी भागीदारी देश के हित दे विच होनी चाहिए है। इस करके BMS भारतीय मजदूर संघ दी स्थापना हुई। ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਅੱਜ ਜਿਹੜਾ BMS, ਉਸ ਵੇਲੇ ਜਿਹੜੇ ਕੁਝ स्वयं सेवक ਸੀਗੇ, ਉਹਨਾਂ ਨੇ ਜਾ ਕੇ BMS शुरू ਕੀਤਾ, भारतीय मजदूर संघ। ਅੱਜ ਦੁਨੀਆ ਦਾ ਸਭ ਤੋਂ ਬੜਾ ਮਜ਼ਦੂਰ ਸੰਗਠਨ ਹੈ, ਕੱਲੇ ਭਾਰਤ ਦਾ ਨਹੀਂ ਹੈ, पूरी दुनिया का 1 नंबर का संगठन है भारतीय मजदूर संघ। उन्होंने ध्यान च आया कि भी जे आप चाहते हैं देश अच्छा बने तो विद्यार्थी अच्छा होना चाहिए, विद्यार्थी के अंदर देशभक्ति होनी चाहिए है। उन्होंने अखिल भारतीय विद्यार्थी परिषद ABVP दी। ਸੋ ਰਾਮਗੋਪਾਲ ਜੀ, ਮੈਨੂੰ ਇਹ ਜ਼ਰੂਰ ਦੱਸੋ ਕਿ ਆਰੀਆ ਸਮਾਜ ਔਰ ਸੰਘ ਦੇ ਵਿੱਚ ਕੀ ਫਰਕ ਹੈ? RSS ਔਰ ਆਰੀਆ ਸਮਾਜ 'ਚ ਕੀ ਫਰਕ ਹੈ? ਕਿਉਂਕਿ ਮੈਂ ਪਿਛਲੇ ਦਿਨਾਂ 'ਚ ਜਦੋਂ ਇਹਦੀ ਘੋਖ ਕਰ ਰਿਹਾ ਸੀਗਾ ਤੇ ਪੰਜਾਬੀ ਸੂਬੇ ਦੇ ਗਠਨ ਵੇਲੇ ਕੁਝ ਲੋਕਾਂ ਵੱਲੋਂ ਹਿੰਦੂਆਂ ਨੂੰ ਪੰਜਾਬੀ ਭਾਸ਼ਾ ਦੀ ਬਜਾਏ ਹਿੰਦੀ ਭਾਸ਼ਾ ਲਿਖਵਾਉਣ ਲਈ ਪ੍ਰੇਰਿਤ ਕੀਤਾ ਗਿਆ। ਲੇਕਿਨ ਜਦੋਂ ਮੈਂ ਅੱਗੇ ਥੋੜਾ ਸਰਚ ਕੀਤੀ, ਮੈਨੂੰ ਡਾਕਟਰ SP ਸਿੰਘ ਜੀ ਨੇ ਵੀ ਦੱਸਿਆ, ਜਿਹੜੇ ਵਾਈਸ ਚਾਂਸਲਰ ਰਹੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਕਿ ਜਦੋਂ RSS ਦੇ ਮੁਖੀ ਨੂੰ ਪਤਾ ਲੱਗਦਾ ਹੈ ਕਿ ਹਿੰਦੂਆਂ ਵੱਲੋਂ ਇਸ ਤਰ੍ਹਾਂ ਮਾਤਰ ਭਾਸ਼ਾ, ਜਿਹੜੀ ਮਾਤ ਭਾਸ਼ਾ ਆਪਣੀ ਪੰਜਾਬੀ ਬੋਲੀ ਆ, ਉਹਦੇ ਤੋਂ ਦੂਰੀ ਬਣਾਈ ਜਾ ਰਹੀ ਆ, ਤੇ ਉਹਨਾਂ ਨੇ ਤੁਰੰਤ ਇਹਦੇ 'ਚ ਦਖਲ ਦਿੱਤਾ ਸੀਗਾ। ਇਹ ਮੈਂ ਕਨਫਰਮ ਕਰਨ ਦਾ ਯਤਨ ਕੀਤਾ ਹੈ ਤੇ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਹੈ ਕਿ ਆਰੀਆ ਸਮਾਜ ਔਰ ਤੁਹਾਡੇ 'ਚ ਫਰਕ ਕੀ ਹੈ, ਔਰ ਵਾਕਈ ਜਦੋਂ ਇਹ ਪੰਜਾਬੀ ਸੂਬੇ ਵਾਲਾ ਮਸਲਾ ਪੈਦਾ ਹੋਇਆ ਤੇ ਤੁਸੀਂ ਉਹ ਜੇ ਜ਼ਿਕਰ ਛੇੜਿਆ, ਤੇ ਅੱਜ ਉਹਦਾ ਜ਼ਿਕਰ ਜ਼ਿਆਦਾ ਲੋਕਾਂ ਨੂੰ ਕਿਉਂ ਨਹੀਂ ਪਤਾ? ਤੁਸੀਂ ਇਹ ਗੱਲ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਰਹੇ ਕਿ ਤੁਸੀਂ ਪੰਜਾਬ ਹਤੈਸ਼ੀ ਹੋ, ਜਾਂ ਹਰੇਕ ਸਟੇਟ ਦੀ ਮਾਤਰ ਭਾਸ਼ਾ ਜਿਹੜੀ ਆ, ਮਾਦਰੀ ਜ਼ੁਬਾਨ ਆ, ਉਹਦੇ ਹੱਕ 'ਚ? मैं दसिया ना जी कि ये हुण ये सारे अखबारां दे विच भी सारी गल्लां आईयां, और बहुत सारे, जिस तरह मैं अजीत अखबार की गल की, वो समय समय सिर जब भी ऐसा विषय आंदा है वो विषय चुकते ने ते दी चर्चा करते ने। बाकी आर्य समाज का अपना एक विषय है और बड़े बड़े वो काम कर रहे हैं, उन्हां दे बारे मैनूं ज्यादा जानकारी नहीं है, ते इस करके मैं उन्हां दे बारे ज्यादा कुछ नहीं कह सकता। उन्हां नूं तां कुछ गल्लां संघ दी भी वो पसंद नहीं करते, ऐसा भी है कुछ। ਅੱਛਾ, ਮੈਨੂੰ ਹੁਣ ਤੁਸੀਂ ਇਹ ਜ਼ਰੂਰ ਦੱਸੋ ਕਿ ਪੰਜਾਬ ਨੂੰ ਲੈ ਕੇ ਔਰ ਸਿੱਖੀਜ਼ਮ ਨੂੰ ਲੈ ਕੇ RSS ਕੀ ਸੋਚ ਰੱਖਦੀ ਆ, ਏਜੰਡਾ ਕੀ ਹੈ? ये बिल्कुल मैं ये कहांगा कि जिहड़ा एक सिख है, जिहड़ा एक पंजाबी है, और संघ जिहड़ा है ये कोई अलग नहीं है। संघ सिर्फ ये जिहड़ा सिख समाज है वो ही काम कर रहा है कि भी सिख समाज दे विच जिहड़ी बचपन तो जिहड़ी गल सिखाई जाती है, वो असी सारे देश भर दे जिहड़े हिंदू समाज है उसनों यही गल सिखाने भी तुहाडे जीवन च सेवा भाव होना चाहिए, तुहाडे भाव दे तुहाडे मन दे विच अपने देश दे प्रति, धर्म दे प्रति ये जागरूक होना चाहिए है। जद भी धर्म ते संकट आए तां गुरुआं दे बलिदान दी असीं गल करदे हां। इसे करके धर्मांतरण दे लई कोई आवाज चुकण वाली पूरे देश दे विच जथेबंदी है तां वो RSS है। तां इह धर्म दे प्रति लड़न दे लई साडे जिहड़े मॉडल है वो तां गुरु तेग बहादुर जी हैं, जिन्हां ने धर्म दे राखी दे लई अपना बलिदान दिता है। तां सिक्खी और RSS अलग नहीं है, ये साडी कमी है RSS वालों की असी ये गल लोगों तक जाके दस नहीं पा रहे हैं। साडी स्ट्रेंथ घट है अजे, असी लोगों नूं दस नहीं पा रहे हैं कि सिख फिलॉसफी दे लई
ਮੈਂ ਇੱਕ ਹੋਰ ਤੁਹਾਨੂੰ ਰੋਚਕ ਗੱਲ ਜ਼ਰੂਰ ਦੱਸਾਂਗਾ, ਤੁਹਾਨੂੰ ਅੱਛੀ ਲੱਗੇਗੀ ਕਿ ਜਦ 84 ਦੇ ਵਿੱਚ ਇਹ ਸਾਰੀ ਘਟਨਾ ਘਟੀ ਸਾਰੇ ਦੇਸ਼ ਭਰ ਦੇ ਵਿੱਚ, ਤਾਂ ਉਸ ਦੇ ਨਾਲ ਜਿਹੜਾ ਸਿੱਖ ਸਮਾਜ ਦਾ ਚਿਹਰਾ ਮਤਲਬ ਜਿਸ ਤਰ੍ਹਾਂ ਦਾ ਬਣਾਉਣ ਦਾ ਕੋਸ਼ਿਸ਼ ਕੀਤੀ ਗਈ, ਆਤੰਕਵਾਦੀ ਦੀ ਛਵੀ ਗੜਨ ਦੀ ਕੋਸ਼ਿਸ਼ ਕੀਤੀ ਗਈ ਸਾਰੇ ਦੇਸ਼ ਭਰ ਦੇ ਵਿੱਚ, ਤਾਂ ਲਖਨਊ ਦੇ ਰਹਿਣ ਵਾਲੇ ਸਰਦਾਰ ਸ਼ਮਸ਼ੇਰ ਸਿੰਘ ਜਿਹੜੇ ਸੰਘ ਦੇ ਸਵੈਂ ਸੇਵਕ ਸੀ, ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਵੀ ਜਿਹੜਾ ਸਿੱਖ ਹੈ ਉਹ ਤਾਂ ਰਾਸ਼ਟਰੀ ਹੈ ਹੀ, ਉਹ ਪੂਰੇ ਦੇਸ਼ ਦੇ ਬਾਰੇ ਸੋਚਦਾ। ਸਿੱਖ ਕਦੇ ਆਪਣੇ ਬਾਰੇ ਨਹੀਂ ਸੋਚ ਸਕਦਾ, ਉਹ ਪੂਰੇ ਦੇਸ਼ ਦੇ ਬਾਰੇ ਹੀ ਸੋਚਦਾ ਹੈ ਜੀ। ਔਰ ਇਸ ਕਰਕੇ ਐਸੇ ਸਮਾਜ ਨੂੰ ਆਤੰਕਵਾਦੀ ਕਿਹਾ ਜਾ ਰਿਹਾ ਹੈ, ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਲਖਨਊ ਦੇ ਵਿੱਚ ਕੀਤੀ ਜੀ, ਔਰ ਉਹਨਾਂ ਨੇ ਕਿਹਾ ਕਿ ਇਸ ਨੂੰ ਠੀਕ ਕਰਨਾ ਹੈ, ਔਰ ਉਸ ਦੇ ਲਈ ਸਾਰੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਪ੍ਰਵਾਸ ਕੀਤੇ, ਲੋਕਾਂ ਨੂੰ ਸਮਝਾਇਆ, ਦੱਸਿਆ, ਬਤਾਇਆ। ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਏ ਕਿ ਜਿਹੜੇ ਵੀ ਪਰਵ ਆਉਂਦੇ ਆ ਉਹ ਸਾਰੇ ਪਰਵ, ਉਤਸਵ, ਤਿਉਹਾਰ, ਚਾਹੇ ਉਹ ਖਾਲਸਾ ਸਿਰਜਣਾ ਦਾ 300 ਸਾਲਾ ਸੀ, ਚਾਹੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸੀ, ਜੋ ਵੀ ਐਸੇ ਮੌਕੇ ਆਉਂਦੇ ਨੇ ਉਹ ਸਾਰੇ ਦੇਸ਼ ਭਰ ਦੇ ਵਿੱਚ ਸੰਘ ਦੇ ਸੰਸੇਵਕ ਮਨਾਉਂਦੇ ਨੇ। ਉਹ ਸ਼ਾਖਾਵਾਂ ਦੇ ਵਿੱਚ ਮਨਾਉਂਦੇ ਨੇ, ਅਲੱਗ-ਅਲੱਗ ਕਾਰਜਕ੍ਰਮ ਕਰਦੇ ਨੇ, ਔਰ ਉਸ ਦੇ ਮਾਧਿਅਮ ਰਾਹੀਂ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਜਿਹੜਾ ਦੇਖिए ਅੱਜ ਮੈਂ ਹੋਰ ਇੱਕ ਬੜੀ ਗੱਲ ਕਰਨ ਲੱਗਾ ਕਿ ਜਿਹੜਾ ਲੇਟੈਸਟ ਮਾਡਲ ਸਾਰੀ ਦੁਨੀਆ ਲਈ ਆਇਆ ਹੈ ਗੁਰੂ ਨਾਨਕ ਦੇਵ ਜੀ ਦਾ, ਇਹ ਸਾਰੀ ਦੁਨੀਆ ਨੂੰ ਫੋਲੋ ਕਰਨਾ ਚਾਹੀਦਾ ਹੈ। ਕਿਹੜਾ? ਔਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿੱਖ ਮਤ ਦਾ ਵਿਚਾਰ ਹੈ ਜੀ, ਦੇਖिए ਅਸੀਂ ਰੋਜ਼ ਅਰਦਾਸ ਦੇ ਵਿੱਚ ਸਵੇਰੇ ਪਵਨ ਗੁਰੂ ਪਾਣੀ ਪਿਤਾ ਪਰਿਆਵਰਣ ਦੀ ਗੱਲ ਕਰਦੇ ਹਾਂ। ਬਿਲਕੁਲ ਕਰਦੇ ਹਾਂ। ਅੱਜ ਪਰਿਆਵਰਣ ਦੇ ਕਾਰਨ ਹੀ ਅੱਜ ਕਰੋਨਾ ਫੈਲਿਆ, ਕੁਦਰਤੀ। ਅੱਜ ਪਰਿਆਵਰਣ ਵਿਗੜ ਗਿਆ ਸਾਰੇ ਦੇਸ਼ ਦੇ ਵਿੱਚ। ਅੱਜ ਦੁਨੀਆ ਨੂੰ ਧਰਤੀ ਸੰਮੇਲਨ ਕਰਨ ਦੀ ਜ਼ਰੂਰਤ ਪਈ ਹੈ। ਸਾਡੇ ਤਾਂ ਰੋਜ਼ ਗੁਰਬਾਣੀ ਦੀ ਆਵਾਜ਼ ਹੀ ਆਂਦੀ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਇਹ ਜਿਹੜੇ ਮਾਡਰਨ ਵਿਚਾਰਧਾਰਾ ਹੈ, ਆਧੁਨਿਕ ਵਿਚਾਰਧਾਰਾ ਹੈ, ਇਸ ਨੂੰ ਫੋਲੋ ਕਰਕੇ ਹੀ ਦੇਸ਼ ਸਮਾਜ ਦੀ ਰੱਖਿਆ ਹੋ ਸਕਦੀ ਹੈ। ਆਰਐਸਐਸ ਇਹੀ ਕੰਮ ਕਰ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹਰਿਆਵਲ ਪੰਜਾਬ ਦੀ ਮੁਹਿੰਮ ਕਾਂਗਰਸ ਨੇ ਸ਼ੁਰੂ ਕੀਤੀ ਹੈ, ਕਾਂਗਰਸ ਦੀ ਸਰਕਾਰ ਹੈ, ਪਰ ਸੰਘ ਨੂੰ ਲੱਗਿਆ ਕਿ ਇਸ ਮੁਹਿੰਮ ਦੀ ਜ਼ਰੂਰਤ ਪੰਜਾਬ ਨੂੰ ਅੱਜ ਸਭ ਤੋਂ ਜ਼ਿਆਦਾ ਹੈ ਜੀ, ਔਰ ਪੰਜਾਬ ਦਾ ਪਾਣੀ ਬਚਾਣਾ ਹੈ, ਪੰਜਾਬ ਦੀ ਜਵਾਨੀ ਬਚਾਣਾ ਹੈ। ਔਰ ਜੇ ਪੰਜਾਬ ਦਾ ਪਾਣੀ ਬਚਾਣਾ ਹੈ, ਪੰਜਾਬ ਦੀ ਜਵਾਨੀ ਬਚਾਣਾ ਹੈ, ਤਾਂ ਪਿੰਡ ਸਾਡੇ ਵਿਕਸਿਤ ਹੋਣੇ ਚਾਹੀਦੇ ਨੇ, ਪਿੰਡ ਦੇ ਵਿੱਚ ਲੋਕ ਰੁਕਣੇ ਚਾਹੀਦੇ ਨੇ। ਅੱਜ ਪਿੰਡ ਦਾ ਨੌਜਵਾਨ ਤਾਂ ਬਾਹਰ ਜਾ ਰਿਹਾ, ਤੇ ਪਿੰਡ ਕੈਸੇ ਬਚਣਗੇ? ਜੇ ਪਿੰਡ ਹੀ ਉਜੜ ਗਏ ਤਾਂ ਫਿਰ ਕੀ ਹੋਏਗਾ? ਅੱਛਾ, ਤੁਸੀਂ ਪਿੰਡ ਤੱਕ ਪਹੁੰਚ ਰਹੇ ਹੋ? ਹਾਂਜੀ ਹਾਂਜੀ, ਹਾਂ। ਇਹ ਫਿਰ ਹਰਿਆਵਲ ਪੰਜਾਬ ਜੇ ਬਣਾਣਾ ਹੈ ਤਾਂ ਪਿੰਡ ਦੇ ਵਿੱਚ ਜਾਣਾ ਪਏਗਾ। ਪਿੰਡ ਬਚਾਵਾਂਗੇ ਤਾਂ ਹੀ ਪੰਜਾਬ ਬਚੇਗਾ। ਸਾਡੇ 12,000 ਪਿੰਡ ਨੇ, ਤੇ ਜੇ ਪਿੰਡ ਬਚਣਗੇ ਤਾਂ ਹੀ ਦੇਸ਼ ਪੰਜਾਬ ਬਚੇਗਾ ਕਿ ਨਹੀਂ ਬਚੇਗਾ। ਸੰਘ ਦੇ ਪੈਰੋਕਾਰ ਵੀ ਪੈਦਾ ਹੋਣਗੇ ਨਾਲ ਨਾਲ। ਦੇਖੋ, ਪੈਰੋਕਾਰ ਪੈਦਾ ਕਰਨਾ ਤਾਂ ਸ਼ਾਖਾ ਦਾ ਕੰਮ ਹੈ। ਜਿੱਥੇ ਸ਼ਾਖਾ ਲੱਗੇਗੀ ਉੱਥੇ ਸਵੈਂ ਸੇਵਕ ਬਣੇਗਾ। ਲੇਕਿਨ ਜੇ ਪਾਣੀ ਬਚੇਗਾ, ਜਵਾਨ ਪਿੰਡ ਦੇ ਵਿੱਚ ਰਹੇਗਾ, ਕਿਸਾਨ ਬਚੇਗਾ, ਤੇ ਫਿਰ ਉਹਦਾ ਧਰਮ ਬਚੇਗਾ, ਤਾਂ ਹੀ ਪੰਜਾਬ ਬਚੇਗਾ। ਅੱਛਾ, ਸਾਡੇ ਨਾ ਪੰਜਾਬੀਆਂ 'ਚ ਇੱਕ ਕਮੀ ਆ, ਇਹ ਛੇਤੀ ਰਿਐਕਟ ਕਰਦੇ ਆ, ਲੇਕਿਨ ਕੁਝ ਸਵਾਲ ਵਾਜਬ ਵੀ ਹੁੰਦੇ। ਜਦੋਂ ਤੁਸੀਂ ਵੱਖ-ਵੱਖ ਮੁਹਿੰਮਾਂ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਹੋ, ਪੰਜਾਬ ਦੇ ਵਿੱਚ ਸੱਤਾ ਕਾਇਮ ਕਰਨ ਦਾ ਵੀ ਮੂਡ ਆ। ਹਾਂ, ਇੱਕ ਗੱਲ ਮੈਂ ਸ਼ੁਰੂਆਤ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਰਾਸ਼ਟਰੀ ਸਵੈਂ ਸੇਵਕ ਸੰਘ ਨੇ ਕੋਈ ਸੰਸਥਾ ਨਹੀਂ ਬਣਾਈ ਹੈ, ਔਰ ਰਾਜਨੀਤੀ ਦੇ ਵਿੱਚ ਸੰਘ ਨਹੀਂ ਜਾਏਗਾ। ਇਹ 1947-48 ਦੇ ਪ੍ਰਤੀਬੰਧ ਲੱਗਿਆ ਸੀ, ਉਸ ਵੇਲੇ ਸੰਘ ਨੇ ਲਿਖ ਕੇ ਦਿੱਤਾ ਹੋਇਆ, ਔਰ ਸੰਘ ਹੋਰ ਕੋਈ ਕੰਮ ਨਹੀਂ ਕਰੇਗਾ। ਬਾਕੀ ਲੋਕ ਕਰਨਗੇ ਜਿਨ੍ਹਾਂ ਨੇ ਜੋ ਕਰਨਾ ਹੈ। ਅੱਜ ਸਮੱਸਿਆ ਸਿਰਫ ਇਹੀ ਹੈ ਰੰਧਾਵਾ ਜੀ ਕਿ ਤੁਹਾਨੂੰ ਮੇਰੀ ਕਮੀਜ਼ ਦਿਖ ਰਹੀ ਹੈ, ਚਸ਼ਮਾ ਦਿਖ ਰਿਹਾ ਹੈ, ਪਰ ਮੇਰਾ ਦਿਲ ਨਹੀਂ ਦਿਖ ਰਿਹਾ, ਮੇਰਾ ਸਰੀਰ ਨਹੀਂ ਦਿਖ ਰਿਹਾ। ਇਹ ਕਾਹਦੇ ਲਈ ਹੈ? ਅਸੀਂ ਇਹ ਜਿਹੜੀ ਚੀਜ਼ਾਂ ਸਾਨੂੰ ਦਿਖ ਰਹੀਆਂ ਨੇ, ਬੀਜੇਪੀ ਦਿਖ ਰਹੀ ਹੈ, ਵਿਸ਼ਵ ਹਿੰਦੂ ਪਰਿਸ਼ਦ ਦਿਖ ਰਿਹਾ ਹੈ, ਵਿਦਿਆਰਥੀ, ਇਹ ਦਿਖ ਰਿਹਾ ਸਾਨੂੰ ਆਰਐਸਐਸ ਨਹੀਂ ਦਿਖ ਰਹੀ ਹੈ, ਜਿਹੜਾ ਦਿਲ ਹੈ। ਅਸੀਂ ਦੇਸ਼ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ, ਕਿਸੇ ਪਾਰਟੀ ਲਈ। ਮੈਂ ਸੰਘ ਦਾ, ਮੈਂ ਤੁਹਾਨੂੰ ਦੱਸਿਆ, ਮੈਂ 24 ਸਾਲ ਤੋਂ ਸੰਘ ਦਾ ਪ੍ਰਚਾਰਕ ਹਾਂ। ਮੈਂ ਅਯੁੱਧਿਆ ਦਾ ਰਹਿਣ ਵਾਲਾ। ਜੇ ਮੈਂ ਰਾਜਨੀਤੀ ਕਰਨੀ ਹੁੰਦੀ ਤਾਂ ਮੈਂ ਉੱਥੇ ਤਿਆਰੀ ਕਰਦਾ, ਲੜਦਾ। ਇੱਥੇ ਪੰਜਾਬ 'ਚ ਕਿਉਂ ਲੜਨਾ ਸੀ? ਔਰ ਇੱਕ ਗੱਲ ਜਾਣਕਾਰੀ ਹੋਰ ਮੈਂ ਦੇਵਾਂਗਾ ਤੁਹਾਨੂੰ, ਤੁਸੀਂ ਬੜਾ ਅੱਛਾ ਪ੍ਰਸ਼ਨ ਕੀਤਾ। ਆਰਐਸਐਸ ਦਾ ਕੋਈ ਵਿਅਕਤੀ ਜਦੋਂ ਚੁਣਾਵ ਲੜੇਗਾ ਤਾਂ ਫਿਰ ਉਹ ਆਰਐਸਐਸ ਦੇ ਪ੍ਰਚਾਰਕ ਨਹੀਂ ਰਹੇਗਾ, ਉਹ ਸੰਸਯੋਗ ਰਹੇਗਾ। ਉਹ ਸੰਘ ਦੀ ਦਾਇਿਤਵ ਜ਼ਿੰਮੇਵਾਰੀ ਨਹੀਂ ਰਹੇਗੀ ਉਹਦੇ ਕੋਲ, ਚਲੇ ਜਾਏਗਾ। ਅੱਛਾ, ਤੁਸੀਂ ਕਿਹਾ ਕਿ ਵੱਖ-ਵੱਖ ਚਿਹਰੇ ਨਜ਼ਰ ਆਉਂਦੇ ਆ, ਉਹ ਤੁਸੀਂ ਸੰਸਥਾਵਾਂ ਦੇ ਕਹੇ ਆ। ਮੈਂ ਮੋਦੀ ਸਾਹਿਬ ਦਾ ਵੇਖ ਲੈਣਾ ਹੈ, ਅਮਿਤ ਸ਼ਾਹ ਦਾ ਦੇਖ ਲੈਣਾ ਹੈ, यूपी वाले मुख्यमंत्री का देख लेना, हरियाणे वाले मुख्यमंत्री का देख लेना है, लेकिन सानू तो उन्हां सारियां चेहरिਆਂ ਦੇ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ।
ਮੈਂ ਇਹ ਤਾਂ ਹੀ ਗੱਲ ਕਰ ਰਿਹਾ ਕਿ ਹੁਣ ਪੰਜਾਬ ਵੀ ਕਰਮ ਭੂਮੀ ਬਣ ਗਈ, ਇੱਕ ਚਿਹਰਾ ਇੱਥੇ ਵੀ ਕੋਈ ਦਿਓਗੇ? ਅੱਛਾ ਜੀ, ਇਹ ਪ੍ਰਸ਼ਨ ਦਾ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਤੁਹਾਨੂੰ, ਕਿਉਂਕਿ ਇਹ ਮੇਰਾ ਫੀਲਡ ਨਹੀਂ ਹੈ। ਤੁਸੀਂ ਬਾਕੀ ਵਿਸ਼ੇ ਤੇ ਚਰਚਾ ਕਰੋ, ਸੰਘ ਦੇ ਬਾਰੇ ਮੈਂ ਚਰਚਾ ਕਰਾਂਗਾ ਤੁਹਾਡੇ ਨਾਲ। ਚਲੋ ਆਪਾਂ ਹੁਣ ਅਗਲੇ ਥੋੜਾ ਜਿਹਾ ਅੱਗੇ ਤੁਰ ਆਉਂਦੇ ਆ। ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ ਜਿਹਦਾ ਤੁਸੀਂ ਜ਼ਿਕਰ ਕੀਤਾ, ਸਰਦਾਰ ਸ਼ਮਸ਼ੇਰ ਸਿੰਘ ਵੱਲੋਂ ਤਿਆਰ ਬਣਾਈ ਗਈ ਸੀਗੀ, ਜਿਵੇਂ ਤੁਸੀਂ ਦੱਸਿਆ, ਰਾਸ਼ਟਰੀ ਸਿੱਖ ਸੰਗਤ ਦੇ ਨਾਲ ਵੀ ਕਈ ਸਿੱਖ ਧਰਮ ਦੇ ਜਿਹੜੇ ਮੇਨ ਲੋਕ ਨੇ, ਮੇਨ ਸਟ੍ਰੀਮ ਦੇ, ਉਹਨਾਂ ਨਾਲ ਵਿਵਾਦ ਰਹਿ ਜਾਂਦੇ ਆ ਕਈ ਮੁੱਦਿਆਂ ਦੇ ਉੱਤੇ। ਤੁਸੀਂ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਉਹ ਜਿਹੜੇ ਅਕਾਲ ਤਖਤ ਦੇ ਜਥੇਦਾਰ ਜਾਂ ਬਾਕੀ ਲੋਕਾਂ ਨਾਲ ਸਿਰ ਜੋੜ ਕੇ ਬੈਠ ਕੇ ਵਿਦਵਾਨਾਂ ਨਾਲ ਜਿਹੜੀਆਂ ਵੀ ਕੋਈ ਛੋਟੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰ ਲਓ? ਕਿਉਂਕਿ ਜੇ ਜਮਾਤੀ ਤੌਰ ਤੇ ਤੁਸੀਂ ਇਹ ਸੋਚਦੇ ਹੋ ਕਿ ਇਹ ਯੁੱਧ ਲੜਨੇ ਨੇ, ਇਹ ਲੜਾਈਆਂ ਜਿਹੜੀਆਂ ਨੇ ਦੇਸ਼ ਲਈ ਨੇ, ਕੁਰਬਾਨੀਆਂ ਦੇਸ਼ ਲਈ ਨੇ, ਅੱਜ ਵੀ ਸਿੱਖ ਵੱਖ-ਵੱਖ ਥਾਵਾਂ ਤੇ ਸ਼ਹੀਦ ਹੁੰਦੇ, ਬਾਰਡਰ ਦੇ ਉੱਤੇ ਅੱਗੇ ਹੋ ਕੇ ਗੋਲੀ ਖਾਂਦੇ ਆ। ਵੱਖਰੀ ਗੱਲ ਆ ਕੁਝ ਵਿਰੋਧ ਦੀਆਂ ਸੁਰਾਂ ਉੱਠਦੀਆਂ ਰਹਿੰਦੀਆਂ, ਅਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ, ਜਿਹੜੀਆਂ ਕਿਸੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨ ਜਾਂ ਜਿਹੜੇ ਦੇਸ਼ ਨਾਲ ਵਖਰੇਵੀਂ ਦੀ ਗੱਲ ਕਰਨ, ਅਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ। ਲੇਕਿਨ ਜਿਹੜੇ ਤੁਸੀਂ ਦਿਲ ਖੋਲਣ ਦੀ ਗੱਲ ਕੀਤੀ ਆ, ਇਹ ਸਿੱਖਾਂ ਦਾ, ਪੰਜਾਬੀਆਂ ਦਾ ਦਿਲ ਹੀ ਧੜਕਦਾ ਇਸ ਦੇਸ਼ ਲਈ। ਮਰੇ ਜੀ ਇਹ ਭਾਵੇਂ ਇੱਥੇ ਲਹਿਰਾਂ ਬਹਿਰਾਂ ਕਰ ਦਿੱਤੀਆਂ ਖੇਤੀ ਦੇ ਨਜ਼ਰੀਏ ਤੋਂ, ਜਿੰਨਾ ਅੰਨ ਭੰਡਾਰ ਭਰਿਆ ਜੀ, ਵਿਦੇਸ਼ਾਂ ਚੋਂ ਜਿੰਨਾ ਸਰਮਾਇਆ ਸ਼ੁਰੂਆਤੀ ਪੰਜਾਬੀਆਂ ਨੇ ਲਿਆ ਕੇ ਦਿੱਤਾ, ਜਿਹੜਾ ਅਸੀਂ ਮੁਦਰਾ ਭੰਡਾਰ ਦੀ ਗੱਲ ਕਰਦੇ ਆ, ਤੇ ਫਿਰ ਇਹਨਾਂ ਨਾਲ ਜਿਹੜੇ ਕੁਝ ਛੋਟੇ ਮੋਟੇ ਵਖਰੇਵੇਂ ਆ, ਹੁਣ ਅਸੀਂ ਉਹਨਾਂ ਨੂੰ ਵਿਸਥਾਰ ਚ ਨਹੀਂ ਜਾਵਾਂਗੇ। ਤੁਸੀਂ ਇਹੋ ਜਿਹੇ ਇਹਨੂੰ ਇਨੀਸ਼ੀਏਟ ਕਰੋਗੇ ਕਿਤੇ ਜਾ ਕੇ ਆਪਣੀਆਂ ਸੰਸਥਾਵਾਂ ਨਾਲ ਕਿ ਮੁਕਾ ਲਈਏ, ਸ਼ੰਕੇ ਮੁਕਾ ਲਈਏ, ਤਾਂ ਕਿ ਇਕੱਠਿਆਂ ਕੰਮ ਕੀਤੇ ਜਾ ਸਕਣ ਔਰ ਵਿਰੋਧ ਮਿਨੀਮਾਈਜ਼ ਕਰ ਦਈਏ। ਤੇ ਇਹ ਚੀਜ਼ਾਂ ਜਿਹੜੀ, ਕਿਉਂਕਿ ਤੁਹਾਡੇ ਤੋਂ ਸਿੱਖਣ ਦੀ ਵੀ ਜ਼ਰੂਰਤ ਹੈ ਕਿ ਤੁਸੀਂ ਨਿੱਠ ਕੇ ਕੰਮ ਕਰਦੇ ਹੋ, ਕਮਿਟਡ ਲੋਕ ਹੋ। ਤੁਸੀਂ ਅਯੋਧਿਆ ਤੋਂ ਛੱਡ ਕੇ ਪੰਜਾਬ ਦੀ ਧਰਤੀ ਤੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਤੁਰੇ ਹੋਏ ਹੋ। ਸੋ ਤੁਹਾਡੇ ਵਰਗੇ ਲੋਕ ਜਿਹੜੇ ਆ, ਉਹਨਾਂ ਤੋਂ ਅਸੀਂ ਪ੍ਰੇਰਨਾ ਤਾਂ ਲੈ ਹੀ ਸਕਦੇ ਹਾਂ ਆਪਣੇ ਅਕੀਦਿਆਂ ਪ੍ਰਤੀ। ਇਹ ਨਹੀਂ ਕਿ ਤੁਸੀਂ ਜੋ ਕਰ ਰਹੇ ਅਸੀਂ ਉਹਨੂੰ ਅਡੈਪਟ ਕਰੀਏ, ਅਸੀਂ ਆਪਣੇ ਅਕੀਦਿਆਂ ਪ੍ਰਤੀ ਤੁਹਾਨੂੰ ਪ੍ਰੇਰਨਾ ਸਰੋਤ ਤੇ ਮੰਨ ਹੀ ਸਕਦੇ ਹਾਂ। ਹਰ ਵੇਲੇ ਵਿਰੋਧ ਕਰਨ ਦੀ ਖਾਤਰ ਵਿਰੋਧ ਨਹੀਂ ਕਰਨੇ ਬਣਦੇ। ਸੋ ਮੈਨੂੰ ਲੱਗਦਾ ਹੈ ਕਿ ਇਨੀਸ਼ੀਏਟ ਤੁਹਾਨੂੰ ਲੋਕਾਂ ਨੂੰ ਕਰਨੇ ਚਾਹੀਦੇ ਆ। ਤੁਸੀਂ ਵੱਡੇ ਸਥਾਨ ਤੇ ਬੈਠੇ ਹੋ, ਰਾਜ ਭਾਗ ਤੁਹਾਡੀਆਂ ਸੰਸਥਾਵਾਂ ਕੋਲ ਨੇ, ਔਰ ਮੇਰੇ ਖਿਆਲ ਤੁਸੀਂ ਕਰ ਵੀ ਸਕਦੇ ਹੋ। ਵੱਡੇ ਦਿਲ ਦਿਖਾਓ। ਜੀ ਤੁਹਾਨੂੰ ਇਹ ਰੰਧਾਵਾ ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ। ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸੰਗਠਨ ਕੰਮ ਕਰ ਰਹੇ ਨੇ, ਉਹ ਸਾਰੇ ਆਪਣੇ ਆਪ 'ਚ ਸੁਤੰਤਰ ਨੇ, ਔਰ ਉਹ ਜਦੋਂ ਵੀ ਕੋਈ ਕਾਰਜਕ੍ਰਮ ਕਰਦੇ ਨੇ, ਉਹ ਜ਼ਰੂਰ ਜਿਹੜੇ ਸਿੱਖ ਸਮਾਜ ਦੀ ਆਪਣੀ ਜਿਹੜੀ ਜਥੇਬੰਦੀ ਹੈ, ਅਕਾਲ ਤਖਤ ਹੈ, ਜਾਂ ਜੋ ਵੀ ਪ੍ਰਮੁੱਖ ਲੋਕ ਹੈ, ਉਹਨਾਂ ਨਾਲ ਉਹ ਸਲਾਹ ਮਸ਼ਵਰਾ ਕਰਕੇ ਹੀ ਸਾਰੇ ਕਾਰਜਕ੍ਰਮ ਕਰਦੇ हैं। ਕੋਈ ਐਸੀ ਗੱਲ ਨਹੀਂ ਹੈ। ਲੇਕਿਨ ਮੇਰਾ ਇਹੀ ਕਹਿਣਾ ਹੈ ਕਿ ਕਈ ਵਾਰੀ ਇਹ ਦੁੱਖ ਹੁੰਦਾ ਹੈ ਕਿ ਜਿਹੜਾ ਵਿਅਕਤੀ ਕਮਿਊਨਿਸਟ ਵਿਚਾਰਧਾਰਾ ਹੈ, ਜਿਹੜੀ ਕਿ ਧਰਮ ਨੂੰ ਨਹੀਂ ਮੰਨਦੀ ਹੈ, ਬਿਲਕੁਲ, ਲੇਕਿਨ ਇੱਕ ਸਿੱਖ ਪਗੜੀ ਬਣ ਕੇ ਬੜੇ ਗਰਵ ਨਾਲ ਕਹਿੰਦਾ ਹੈ ਕਿ ਮੈਂ ਕਮਿਊਨਿਸਟ ਹਾਂ। ਮੇਰਾ ਮੰਨਣਾ ਹੈ ਕਿ ਕੋਈ ਵੀ ਜਿਹੜਾ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੀ ਨਹੀਂ ਹੋ ਸਕਦਾ, ਲੇਕਿਨ ਉਹ ਆਪਣੇ ਆਪ ਨਾਲ ਕਹਿੰਦਾ ਹੈ। ਐਸੇ ਰਾਜਨੀਤੀ ਦੇ ਵਿੱਚ ਮੈਂ ਗੱਲ ਕਰਾਂਗਾ ਤਾਂ ਵੀ ਜਿਹੜੇ ਕਾਂਗਰਸ ਦੇ ਵਿੱਚ ਲੋਕ ਨੇ, ਉਹ ਬੜੇ ਗਰਵ ਨਾਲ ਕਹਿੰਦੇ ਨੇ ਵੀ ਕਾਂਗਰਸ, ਮੈਂ ਕਾਂਗਰਸੀ ਹਾਂ, ਜਾਂ ਸਿੱਖ ਸਮਾਜ ਕਹਿੰਦਾ ਹੈ। ਲੇਕਿਨ ਜੇ ਕੋਈ ਵਿਅਕਤੀ ਕਦੇ ਆਰਐਸਐਸ ਜਾਂ ਸਿੱਖ ਸੰਗਤ ਦੀ ਗੱਲ ਕਰ ਲੈਂਦਾ ਹੈ, ਤਾਂ ਉਸ ਦੇ ਖਿਲਾਫ ਐਸਾ ਵਾਤਾਵਰਣ ਬਣਾਉਣ ਵਾਲੇ ਬਹੁਤ ਥੋੜੇ ਲੋਕ ਨੇ। ਮੈਂ ਇਹ ਗੱਲ ਜ਼ਰੂਰ ਤੁਹਾਨੂੰ ਕਹਾਂਗਾ, ਕਿਉਂਕਿ ਜਿਹੜਾ ਵਿਰੋਧ ਹੈ ਨਾ ਜੀ, ਉਸ ਦਾ ਕੋਈ ਆਧਾਰ ਹੋਣਾ ਚਾਹੀਦਾ ਹੈ। ਬਿਲਕੁਲ ਠੀਕ ਹੈ। ਔਰ ਜਦੋਂ ਅਸੀਂ ਬਿਨਾਂ ਵਿਰੋਧ ਦੇ ਇਹ ਗੱਲ ਕਰਦੇ ਹਾਂ, ਮੈਂ ਤੁਹਾਨੂੰ ਦੱਸਦਾ, ਮੈਂ ਪੰਜਾਬ ਦੇ ਵਿੱਚ ਇੰਨੇ ਸਾਲ ਤੋਂ ਹਾਂ, ਮੇਰਾ ਪਿੰਡਾਂ ਦੇ ਵਿੱਚ ਆਉਣਾ ਜਾਣਾ ਹੈ। ਹਰ ਜਗ੍ਹਾ ਦੇ ਉੱਤੇ ਲੋਕਾਂ ਨੂੰ ਜਦ ਸੰਘ ਦੇ ਬਾਰੇ ਚਰਚਾ ਕਰਦੇ, ਉਹ ਕਹਿੰਦੇ ਸਾਨੂੰ ਤਾਂ ਅਸੀਂ ਅਖਬਾਰਾਂ 'ਚ ਹੋਰ ਕੁਝ ਸੁਣਦੇ ਹਾਂ, ਅੱਜ ਅਸੀਂ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਮਿਲ ਰਹੇ ਹਾਂ। ਮੈਂ ਕਹਿਣਾ ਕਿ ਆਰਐਸਐਸ ਅੱਜ ਦੁਨੀਆ ਦਾ ਸਭ ਤੋਂ ਬੜਾ ਸੰਗਠਨ ਹੈ। ਦੁਨੀਆ ਦਾ ਕੋਈ ਬੜਾ ਸੰਗਠਨ ਲੁਕ ਛਿਪ ਕੇ ਨਹੀਂ ਬਣ ਸਕਦਾ, ਭੂਮੀਗਤ ਰਹਿ ਕੇ ਕੰਮ ਨਹੀਂ ਕਰ ਸਕਦਾ। ਇਸ ਦੀ ਸ਼ਾਖਾਵਾਂ ਓਪਨ ਲੱਗਦੀਆਂ ਨੇ, ਇਹਦਾ ਸਾਹਿਤ ਬਾਜ਼ਾਰ 'ਚ ਉਪਲਬਧ ਹੈ। ਆਪਾਂ ਉਹ ਸਾਹਿਤ ਪੜ੍ਹੀਏ। ਔਰ ਮੈਂ ਇੱਕ ਹੋਰ ਵੀ ਕਹਿਣਾ ਕਿ ਹਰ ਸ਼ਹਿਰ ਦੇ ਵਿੱਚ ਸੰਘ ਦੀ ਸ਼ਾਖਾ ਲੱਗਦੀ ਹੈ। ਤੁਸੀਂ ਸੰਘ ਦੇ ਸਵੈਮ ਸੇਵਕ ਨੂੰ ਜਾ ਕੇ ਮਿਲੋ, ਜਿਹੜਾ ਉੱਥੇ ਕੰਮ ਕਰਦਾ ਹੈ, ਔਰ ਉਸਨੂੰ ਦੇਖ ਕਰਕੇ ਆਪਣਾ ਮਨ ਬਣਾਓ। ਤਾਂ ਮੇਰਾ ਇਹ ਕਹਿਣਾ ਹੈ ਕਿ ਇਹ ਜਿਹੜੇ ਲੋਕ ਸੰਘ ਦੇ ਖਿਲਾਫ ਗੱਲ ਕਰਦੇ ਨੇ, ਸਿਰਫ ਇੱਕ ਉਹਨਾਂ ਦਾ ਕੋਈ ਆਪਣਾ ਏਜੰਡਾ ਹੈ। ਉਸ ਏਜੰਡੇ ਦੇ ਤਹਿਤ ਉਹਨੂੰ ਲੱਗਦਾ ਹੈ ਕਿ ਸੰਘ ਜੋੜਨ ਦੀ ਗੱਲ ਕਰਦਾ ਸਾਰਿਆਂ ਨੂੰ, ਔਰ ਉਹ ਤੋੜਨ ਦੀ ਗੱਲ ਕਰਦੇ ਆ। ਉਹਨੂੰ ਲੱਗਦਾ ਹੈ ਕਿ ਵੀ ਇਹ ਆ ਕੇ ਇੱਥੇ ਜੋੜਨ ਦੀ ਗੱਲ ਕਰਨਗੇ, ਤਾਂ ਇਸੇ ਕਰਕੇ ਅਸੀਂ ਤੋੜਨ ਦੀ ਗੱਲ ਕਰੀਏ। ਤੇ ਨੈਗੇਟਿਵ ਗੱਲ ਲੋਕਾਂ ਨੂੰ ਥੋੜੀ ਜਲਦੀ ਪਸੰਦ ਆ ਜਾਂਦੀ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜਾ ਸੰਘ ਦਾ ਕੰਮ ਚੱਲ ਰਿਹਾ, ਸਾਡੀ ਸਪੀਡ ਥੋੜੀ ਸਲੋ ਹੈ,
ਲੇਕਿਨ ਜਦੋਂ ਵੀ ਅਸੀਂ ਜਿਹਦੇ ਕੋਲ ਵੀ ਪਹੁੰਚਦੇ ਹਾਂ, ਉਹ ਉੱਥੇ ਪਹੁੰਚ ਕੇ ਸਾਨੂੰ ਲੱਗਦਾ ਹੈ ਕਿ ਉਹ ਸੰਘ ਦੇ ਵਿਚਾਰ ਨੂੰ ਸਵੀਕਾਰ ਕਰਦਾ ਹੈ, ਸੰਘ ਨੂੰ ਸਨਮਾਨ ਦਿੰਦਾ ਹੈ। ਕਮੀ ਸਾਡੀ ਹੈ ਕਿ ਸਾਡੀ ਸਪੀਡ ਘੱਟ ਹੈ ਹਜੇ ਉੱਥੇ ਤੱਕ ਜਾਣ ਵਾਲਿਆਂ ਦੀ। ਰਾਮ ਗੋਪਾਲ ਜੀ, ਮੈਨੂੰ ਬੜਾ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ। ਇਹ ਜਿੰਨੇ ਇੱਕ ਮੈਂ ਸਵਾਲ ਪੁੱਛੇ, ਕਿਉਂਕਿ ਮੇਰੀ ਸਮਝ ਹੋ ਸਕਦਾ ਬਹੁਤ ਸਤਹੀ ਹੋਵੇ, ਅਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਹੋਰ ਵੀ ਕੁਝ ਸਵਾਲ ਇਧਰੋਂ ਉਧਰੋਂ ਆਉਣਗੇ, ਅਸੀਂ ਤੁਹਾਡੇ ਤੱਕ ਪੁੱਜਦੇ ਕਰਾਂਗੇ। ਇੱਕ ਹੋਰ ਸੈਗਮੈਂਟ ਦੇ ਵਿੱਚ ਕਿਸੇ ਹੋਰ ਸਾਥੀ ਨਾਲ ਜਾਂ ਤੁਹਾਡੇ ਨਾਲ ਹੀ ਉਹਨਾਂ ਨੂੰ ਨਿਵਰਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਇੰਝ ਲੱਗਦਾ ਕਿ ਇੱਕ ਧਰਮ ਦੂਜੇ ਧਰਮ ਦੀ ਖਿਲਾਫਤ ਨਹੀਂ ਕਰ ਸਕਦਾ, ਇੱਕ ਧਰਮ ਦੂਜੇ ਧਰਮ ਨਾਲੋਂ ਆਪਣੇ ਆਪ ਨੂੰ ਨਿਖੇੜ ਕੇ ਜਾਂ ਉਹਦਾ ਵਿਰੋਧ ਕਰਕੇ ਨਹੀਂ ਵੇਖ ਸਕਦਾ। ਸੋ ਜੇ ਇਹ ਪ੍ਰਵਿਰਤੀਆਂ ਅਧਿਆਤਮਿਕ ਨੇ ਤੇ ਇਹਨਾਂ ਦੇ ਵਿੱਚ ਦੂਜੇ ਧਰਮ ਦੇ ਵਿਰੋਧ ਲਈ ਕੋਈ ਸਥਾਨ ਨਹੀਂ। ਸੋ ਬਹੁਤ ਮਿਹਰਬਾਨੀ, ਚੰਗਾ ਲੱਗਿਆ, ਮਿਹਰਬਾਨੀ। ਤੁਹਾਡਾ ਰੰਧਾਵਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਮੈਂ ਇਹ ਤੁਹਾਨੂੰ ਇਹ ਨਿਵੇਦਨ ਕਰਦਾ ਹਾਂ ਕਿ ਇਹ ਜਿਹੜੀ ਆਪਾਂ ਪਹਿਲ ਕੀਤੀ ਹੈ ਤੁਹਾਡੇ ਵੱਲੋਂ, ਇਹ ਪਹਿਲੀ ਵਾਰ ਕਿਸੇ ਪੱਤਰਕਾਰ ਦੇ ਨਾਲ ਮੇਰੀ ਬਾਤਚੀਤ ਹੋ ਰਹੀ ਹੈ ਜਿਨ੍ਹਾਂ ਨੇ ਸੰਘ ਨੂੰ ਸਮਝਣ ਦੀ, ਸੰਘ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਸਮੂਹ ਪੰਜਾਬੀਆਂ ਨੂੰ, ਸਮੂਹ ਸਿੱਖ ਸਮਾਜ ਨੂੰ, ਸਮੂਹ ਸੰਘ ਦੇ ਸਿੱਖ ਸਮਾਜ ਦੀ ਲੀਡਰਸ਼ਿਪ ਨੂੰ ਮੈਂ ਇਹ ਨਿਵੇਦਨ ਕਰਦਾ ਹਾਂ ਕਿ ਉਹ ਸੰਘ ਦੇ ਵਿੱਚ ਸੰਘ ਦੇ ਵਿਅਕਤੀ ਨੂੰ ਮਿਲਣ, ਸੰਘ ਦਾ ਸਾਹਿਤ ਦੇਖਣ ਔਰ ਸੰਘ ਦੀ ਸ਼ਾਖਾ ਚ ਆ ਕੇ ਦੇਖਣ ਇੱਥੇ ਕੀ ਗਲਤ ਹੋ ਰਿਹਾ, ਔਰ ਫਿਰ ਪੁਆਇੰਟ ਆਊਟ ਕਰਕੇ ਦੱਸਣ ਕਿ ਵੀ ਸੰਘ ਇਹ ਗਲਤ ਕਰ ਰਿਹਾ। ਨਿਸ਼ਚਿਤ ਹੀ ਅਸੀਂ ਹੁਣ ਨਿੱਕਰ ਤੋਂ ਪੈਂਟ ਕਰ ਲਈ ਤਾਂ ਲੋਕਾਂ ਨੇ ਕਿਹਾ ਸੰਘ ਬਦਲ ਗਿਆ। ਸੰਘ ਦੇ ਵਿੱਚ ਅਸੀਂ ਕਹਿੰਦੇ ਅਸੀਂ ਸਭ ਕੁਝ ਬਦਲਣ ਨੂੰ ਤਿਆਰ ਹਾਂ, ਕਿਉਂਕਿ ਸਾਡੇ ਲਈ ਵਿਅਕਤੀ ਮਹੱਤਵਪੂਰਨ ਹੈ। ਵਿਅਕਤੀ ਠੀਕ ਰਹੇਗਾ, ਵਿਅਕਤੀ ਦੀ ਖੁਸ਼ੀ ਲਈ, ਸਮਾਜ ਦੀ ਖੁਸ਼ੀ ਲਈ ਸੰਘ ਜੀਵਿਤ ਨਾ ਰਹੇ। ਸੰਘ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਉਹ ਕਹਿੰਦੇ ਸੰਘ ਜ਼ਿਆਦਾ ਦੇਰ ਨਹੀਂ ਚਾਹੀਦਾ, ਕਿਉਂਕਿ ਜੇ ਸਮਾਜ ਹੀ ਅੱਛਾ ਹੋ ਜਾਏਗਾ ਫਿਰ ਇਸ ਦੀ ਜ਼ਰੂਰਤ ਹੀ ਨਹੀਂ ਹੈ। ਜੀ, ਤੁਸੀਂ ਬਾਜ਼ਾਰ ਗਏ ਹੋ ਕੋਈ ਪਰਚੀ ਲੈ ਕੇ, ਜੇ ਤੁਸੀਂ ਸਮਾਨ ਖਰੀਦ ਲਿਆ ਉਸ ਪਰਚੀ ਦੀ ਕੋਈ ਜ਼ਰੂਰਤ ਨਹੀਂ ਹੈ। ਜੀ, ਤਾਂ ਸੰਘ ਵੀ ਇਹੀ ਚਾਹੁੰਦਾ ਹੈ ਕਿ ਦੇਸ਼ ਭਗਤੀ ਦਾ ਵਿਚਾਰ ਜਿਹੜਾ ਪਹਿਲਾਂ ਤੋਂ ਇਸ ਦੇਸ਼ ਦੇ ਵਿੱਚ ਹੈ, ਸਿਰਫ ਉਹ ਦੁਬਾਰਾ ਜਾਗਰਿਤ ਹੋ ਜਾਏ ਔਰ ਇਕੱਠੇ ਹੋ ਕੇ ਆਪਣੇ ਦੇਸ਼ ਸਮਾਜ ਲਈ ਅਸੀਂ ਕੁਝ ਕੰਮ ਕਰ ਸਕੀਏ। ਔਰ ਜਿਹੜਾ ਸਾਡੇ ਮਹਾਪੁਰਸ਼ਾਂ ਦਾ, ਸਾਡੇ ਕ੍ਰਾਂਤੀਕਾਰੀ ਵੀਰਾਂ ਦਾ ਜਿਨ੍ਹਾਂ ਨੇ ਬਲੀਦਾਨ ਦਿੱਤਾ, ਗੁਰੂਆਂ ਦਾ ਇਹ ਜਿਹੜਾ ਨਾ ਉਦੇਸ਼ ਸੀ ਕਿ ਅਸੀਂ ਆਪਣੇ ਦੇਸ਼ ਦੀ ਜੈ ਜੈਕਾਰ ਕਰੀਏ, ਭਾਰਤ ਮਾਤਾ ਦੀ ਜੈ ਜੈਕਾਰ ਕਰ ਸਕੀਏ, ਇਸ ਦੇ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕੇ, ਐਸਾ ਇੱਕ ਪ੍ਰਯਾਸ ਸੰਘ ਵੱਲੋਂ ਹੋ ਰਿਹਾ। ਔਰ ਮੈਂ ਤੁਹਾਡਾ ਫਿਰ ਦੁਬਾਰਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੰਘ ਦੇ ਬਾਰੇ ਚਰਚਾ ਕੀਤੀ ਹੈ। ਨਿਸ਼ਚਿਤ ਹੀ ਇਸ ਕਾਰਜਕ੍ਰਮ ਤੋਂ ਬਾਅਦ ਤੁਹਾਡੇ ਕੋਲ ਫੋਨ ਵੀ ਆਣਗੇ, ਲੋਕਾਂ ਦੀ ਹੋਰ ਜਿਗਿਆਸਾ ਹੋਏਗੀ ਔਰ ਮੈਂ ਨਿਸ਼ਚਿਤ ਹੀ ਤੁਹਾਡੀ ਜਿਗਿਆਸਾ ਨੂੰ, ਸੰਘ ਦੇ ਬਾਰੇ ਪੁੱਛੇ ਗਏ ਸਾਰੇ ਪ੍ਰਸ਼ਨਾਂ ਦਾ ਮੈਂ ਉੱਤਰ ਦਵਾਂਗਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।